देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी। तुहानू जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ जी। वैसे तो सिद्धांतिक तौर पर साडे ते सरकार वालों अणएलानी पाबंदी है, क्योंकि इंटरनेट मीडिया उस जद च आउंदा है जिहदे उत्ते रोक लगी हुई आ। पंजाब च इंटरनेट बंद है, साडी आवाज़ कित्थों तक जांदी सानू नहीं पता, पर घटनावां इस तरह दियां कि इन्हां दे उत्ते गल करनी जरूर बनदी है। दो पहलू आ। सब तो पहला, ਜਦੋਂ ਦੀ ਇਹ ਸਰਕਾਰ ਹੋਂਦ ਚ ਆਈ ਆ ਭਗਵੰਤ ਮਾਨ ਦੀ ਸਰਕਾਰ, ਉਦੋਂ ਤੋਂ ਇਹਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਤੁਸੀਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਕੱਲ ਤੱਕ ਜੋ ਵੀ ਦੇਖ ਰਹੇ ਹੋ, ਇਹਦੇ ਵਿੱਚ ਸਾਰਾ ਅਸਰ ਭਗਵੰਤ ਮਾਨ ਦੀ ਸਰਕਾਰ ਤੇ ਆਉਂਦਾ ਹੈ। ਲੇਕਿਨ ਕੀ ਇਸ ਜਾਲ ਦੇ ਵਿੱਚ ਭਗਵੰਤ ਮਾਨ ਖੁਦ ਵੀ ਫਸ ਰਹੇ ਨੇ? ਇਹ ਸਵਾਲ ਵੱਡਾ ਹੋ ਗਿਆ। ਲੰਘੇ ਦਿਨ ਮੈਂ ਕਿਸੇ ਜਨਤਕ ਪ੍ਰੋਗਰਾਮ ਦੇ ਵਿੱਚ ਸੀਗਾ, ਕਿਸੇ ਪ੍ਰਾਈਵੇਟ ਜਨਤਕ ਪ੍ਰੋਗਰਾਮ 'ਚ ਸੀ, ਜਿੱਥੇ ਮੁੱਢਲੇ ਤੌਰ ਤੇ ਲੋਕ ਅੰਮ੍ਰਿਤਪਾਲ ਵੱਲੋਂ ਲਏ ਜਾ ਰਹੇ ਕਦਮਾਂ ਦੀ ਆਲੋਚਨਾ ਕਰ ਰਹੇ ਸੀ, ਪਰ 2 ਘੰਟੇ ਬਾਅਦ ਜਦੋਂ ਉਹਦੇ ਖਿਲਾਫ ਸਟੇਟ ਪੂਰੇ ਜ਼ੋਰ ਨਾਲ ਖੜੀ ਹੁੰਦੀ ਹੈ ਔਰ ਪੁਲਿਸ ਦਾ ਇੱਕ ਤੰਤਰ ਇੱਕ ਵਿਅਕਤੀ ਦੇ ਆਲੇ ਦੁਆਲੇ ਨਜ਼ਰ ਆਉਣ ਲੱਗਦਾ ਹੈ, ਤਾਂ ਲੋਕਾਂ ਦੀ ਰਾਏ ਬਦਲਣੀ ਸ਼ੁਰੂ ਹੋ ਜਾਂਦੀ ਹੈ। ਇਹ ਪੰਜਾਬ ਦਾ ਸੁਭਾਅ ਹੈ, ਇਹ ਪੰਜਾਬ ਦਾ ਖਾਸਾ ਹੈ। ਇਹ ਜਿਹਨੂੰ ਕੁੱਟ ਪੈ ਰਹੀ ਹੋਵੇ ਉਹਦੇ ਨਾਲ ਜਾ ਖਲੋਂਦੇ ਨੇ। ਕੱਲ ਤੱਕ ਜਿਹੜਾ ਵਿਅਕਤੀ ਆਲੋਚਨਾ ਦਾ ਸ਼ਿਕਾਰ ਸੀਗਾ, ਉਹਨੂੰ ਹਮਦਰਦੀ ਮਿਲਣ ਲੱਗਦੀ ਆ। ਇਹ ਸਵਾਲ ਜੇ ਤੋਂ ਅੱਖਾਂ ਮੀਟੋਗੇ ਤੁਸੀਂ ਅੱਤ ਦਰਜੇ ਦੇ ਅਹਿਮਕ ਹੋਵੋਗੇ। ਹੁਣ ਸਵਾਲ ਭਗਵੰਤ ਮਾਨ ਜੀ ਨੂੰ ਆ ਕਿ ਆਖਰ ਇਸ ਖਿੱਤੇ 'ਚ ਵਾਪਰਨ ਵਾਲੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਕਿਹਦੀ ਆ? ਅਜਨਾਲੇ ਜੋ ਵਾਪਰਿਆ ਉਸ ਤੋਂ ਤੁਰੰਤ ਬਾਅਦ ਕਾਰਵਾਈ ਨਾ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਸੀ, ਔਰ ਅੱਜ ਜਿਹੜੇ ਵਿਅਕਤੀ ਨੂੰ ਸਵੇਰੇ 5 ਵਜੇ 4 ਵਜੇ 3 ਵਜੇ ਫੜਿਆ ਜਾ ਸਕਦਾ ਸੀ, ਜਿਨ੍ਹਾਂ ਵਿਅਕਤੀਆਂ ਨੂੰ ਤੁਸੀਂ ਰਾਤ ਦੇ ਹਨੇਰਿਆਂ 'ਚ ਘੇਰ ਕੇ ਫੜ ਸਕਦੇ ਸੀ ਔਰ ਜਿਹੜੀਆਂ ਧਰਾਵਾਂ ਲਾਈਆਂ ਸੀ ਉਹਨਾਂ ਦੇ ਤਹਿਤ ਫੜ ਕੇ ਗ੍ਰਿਫਤਾਰੀ ਪਾ ਸਕਦੇ ਸੀ, ਉਸ ਗੱਲ ਨੂੰ ਜੇ ਐਡਾ ਵੱਡਾ ਕਰ ਲਿਆ ਗਿਆ ਤੇ ਉਹਦੀ ਜ਼ਿੰਮੇਵਾਰੀ ਕਿੱਥੇ ਆਇਦ ਕਰੋਗੇ? ਇਸ ਵੇਲੇ ਜਿਹੜੇ ਹਾਲਾਤ ਨੇ, ਤੁਸੀਂ ਸਾਨੂੰ ਵੀ ਕ੍ਰਿਟਿਸਾਈਜ਼ ਕਰੋਗੇ, ਸਾਨੂੰ ਪਤਾ ਹੈ ਕਿ ਇਹਦੀ ਸਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਊਗਾ, ਪਰ ਜਿਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ, ਉਹ ਸਰਕਾਰ ਆਪਣੇ ਆਪ ਨੂੰ ਅਸਥਿਰਤਾ ਵਾਲੇ ਹਾਲਾਤ 'ਚ ਕਿਉਂ ਧੱਕ ਰਹੀ ਆ? ਇਹ ਇਸ ਵੇਲੇ ਦਾ ਸਵਾਲ ਹੈ। ਅੰਮ੍ਰਿਤਪਾਲ ਸਿੰਘ ਦੇ ਖਿਲਾਫ ਤੇ ਉਹਦੇ ਸਾਥੀਆਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਆ, ਉਹਦਾ ਤਰੀਕਾਕਾਰ ਕਦੇ ਵੀ ਉਹਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਉਹਦੇ ਖਿਲਾਫ ਕਾਰਵਾਈ ਹੋਣੀ ਬਣਦੀ। ਆਮ ਨਾਗਰਿਕ ਮੰਗ, ਜਿਹੜਾ ਵੀ ਕਾਨੂੰਨ ਤੋੜਦਾ ਹੈ, ਜਿਹੜਾ ਵੀ ਕਾਨੂੰਨ ਦੀ ਜੱਦ 'ਚ ਆਉਂਦਾ, ਉਹਦੇ ਖਿਲਾਫ ਹਰ ਉਹਦੇ ਵਾਂਗ ਕਾਰਵਾਈ ਕਰੋ ਜਿਵੇਂ ਬਣਦੀ ਹੈ। ਪਰ ਜਿਸ ਤਰੀਕੇ ਨਾਲ ਇਸ ਇਨਸੀਡੈਂਟ ਨੂੰ ਐਡਾ ਵੱਡਾ ਕਰ ਲਿਆ ਗਿਆ, ਕੀ 2015 ਨੂੰ ਭੁੱਲ ਗਏ ਨੇ ਭਗਵੰਤ ਮਾਨ? ਕੀ ਭਗਵੰਤ ਮਾਨ ਸਿਆਸਤ ਦੇ ਨਜ਼ਰੀਏ ਤੋਂ ਅਜੇ ਵੀ ਕੱਚ ਘਰੜ ਤਰੀਕੇ ਅਪਣਾ ਰਹੇ ਆ? ਉਹਨਾਂ ਦੇ ਸਲਾਹਕਾਰ ਕੌਣ ਨੇ? ਪੁਲਿਸ ਦੇ ਵਿੱਚ ਉਹ ਕਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਦੇ ਐਕਸ਼ਨ ਪਲਾਨ ਵਿਉਂਤਦੇ ਨੇ? ਇਹਦੇ ਨਾਲ ਪੂਰਾ ਮੁਆਸ਼ਰਾ ਪ੍ਰਭਾਵਿਤ ਹੁੰਦਾ ਹੈ। ਇਹਦੇ ਪੈਣ ਵਾਲੇ ਅਸਰਾਂ ਤੋਂ ਮੈਂ ਬਾਹਰ ਨਹੀਂ, ਤੁਸੀਂ ਬਾਹਰ ਨਹੀਂ, ਇਸ ਕਰਕੇ ਸਾਡਾ ਬੋਲਣਾ ਬਣਦਾ ਹੈ। ਇੱਕ ਕਾਲੇ ਦੌਰ ਚੋਂ ਨਿਕਲ ਕੇ ਦੂਜੇ 'ਚ ਕਦਮ ਧਰਨ ਲੱਗਿਆ ਡਰ ਲੱਗਦਾ ਹੈ। ਅੰਮ੍ਰਿਤਪਾਲ ਦੇ ਨਜ਼ਰੀਏ ਤੋਂ ਵੀ ਇਹੀ ਗੱਲ ਕਰ ਰਿਹਾ ਸੀ ਸਾਰਾ ਜ਼ਿੰਮੇਵਾਰ ਮੁਆਸ਼ਰਾ ਕਿ ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਸਟੇਟ ਕਦੇ ਵੀ ਇਸ ਤਰ੍ਹਾਂ ਦੀ ਸਲੋਗਨਾਂ ਲਈ, ਇਸ ਤਰ੍ਹਾਂ ਦੀਆਂ ਹਰਕਤਾਂ ਲਈ ਤਿਆਰ ਨਹੀਂ ਹੈ, ਪਰ ਸਟੇਟ ਉਸੇ ਨਜ਼ਰੀਏ ਨਾਲ ਪੇਸ਼ ਆਵੇ। ਇਹਨੂੰ ਕਿਵੇਂ ਪ੍ਰਵਾਨ ਕਰੋਗੇ? ਮੈਨੂੰ ਲੱਗਦਾ ਸਿਆਸਤ ਲਈ ਬਹੁਤ ਔਖਾ ਹੋ ਰਿਹਾ। ਭਗਵੰਤ ਮਾਨ ਨੂੰ ਪੋਲਿਟਿਕਸ ਵਿੱਚ ਅਗਲੇ ਦਿਨਾਂ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ। ਇਹਨੂੰ ਸਿੱਖ ਬਨਾਮ ਸਟੇਟ ਇੱਕ ਵਾਰੀ ਫਿਰ ਪੇਸ਼ ਕਿਉਂ ਕੀਤਾ ਜਾ ਰਿਹਾ? ਇੱਕ ਵਾਰੀ ਫਿਰ ਸਿੱਖ ਬਨਾਮ ਸਟੇਟ ਨੈਰੇਟਿਵ ਜੇ ਖੜਾ ਹੋ ਗਿਆ, ਉਹਦੀ ਜ਼ਿੰਮੇਵਾਰੀ ਕਿਹਦੇ ਤੇ ਲਾਓਗੇ? ਤੁਸੀਂ ਕਹੋਗੇ ਇਹਦੇ ਲਈ ਕੋਈ ਹੋਰ ਧਿਰ ਜ਼ਿੰਮੇਵਾਰ ਆ, ਪਰ ਜਿਹੜਾ ਨੈਰੇਟਿਵ ਥੱਲੇ ਬਣਦਾ ਉਹਦੇ ਬਾਰੇ ਤੁਸੀਂ ਕਿੱਥੇ ਭੱਜ ਕੇ ਜਾਓਗੇ? ਇਹ ਭੁਗਤਣਾ ਸਾਰਿਆਂ ਨੂੰ ਪੈਂਦਾ। ਇਹ ਜ਼ਿੰਮੇਵਾਰੀ ਕਿਸੇ ਹੋਰ ਦੀ ਹੋਵੇ। ਅੱਜ ਤੁਸੀਂ ਅੰਮ੍ਰਿਤਪਾਲ ਨੂੰ ਇੱਕ ਵਾਰੀ ਫਿਰ ਹੀਰੋ ਬਣਾਇਆ। ਇਹ ਹੀਰੋ ਬਣਾਉਣ ਦੇ ਵਿੱਚ ਕੌਣ ਜ਼ਿੰਮੇਵਾਰ ਸੀ? ਅਸੀਂ ਇੱਥੇ ਨਹੀਂ ਜਾਂਦੇ ਕਿ ਇਹਨਾਂ ਨੂੰ ਡਰ ਸੀ ਕਿ ਸਿੱਧੂ ਮੂਸੇਵਾਲੇ ਦੇ ਪ੍ਰੋਗਰਾਮ ਤੋਂ ਕੋਈ ਵੱਡਾ ਐਲਾਨ ਹੋ ਜੂ ਤੇ ਸਰਕਾਰ ਉਹਨੂੰ ਕਿਵੇਂ ਨਜਿੱਠੂ। ਅਸੀਂ ਬਿਲਕੁਲ ਇਸ ਤੇ ਨਹੀਂ ਜਾਂਦੇ ਕਿ G20 ਨੂੰ ਧਿਆਨ 'ਚ ਰੱਖ ਕੇ ਅਜਨਾਲੇ ਵਾਲੀ ਕਾਰਵਾਈ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ। ਬਿਲਕੁਲ ਨਰਮੂਲ ਗੱਲਾਂ ਨੇ। ਜਦੋਂ ਕੋਈ ਗਲਤੀ ਕਰਦਾ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਮੌਕੇ ਦੀ ਤਲਾਸ਼ ਵਿੱਚ ਕਿਉਂ ਰਹਿੰਦੇ ਹੋ? ਇਹ ਸਾਰੇ ਸਵਾਲ ਉੱਠਣਗੇ। ਪਰ ਜਿਸ ਤਰੀਕੇ ਨਾਲ ਇਹ ਮਿਸ ਹੈਂਡਲਿੰਗ ਹੋਈ ਆ, ਇਹਦੀ ਜ਼ਿੰਮੇਵਾਰੀ ਫਿਕਸ ਕੌਣ ਕਰੂਗਾ? ਹੁਣ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਕੋਈ SIT, ਕੋਈ ਕਿਸੇ ਤਰੀਕੇ ਦੀ ਗ੍ਰਹਿ ਮੰਤਰਾਲੇ ਨੂੰ ਜੇ ਇੰਟਰਸਟੇਟ ਮਾਮਲਾ ਤੇ ਕਿਉਂ ਨਹੀਂ ਸਰਕਾਰ ਨੇ ਲਿਖਿਆ? ਇਹ ਵੀ ਸਵਾਲ ਉੱਠ ਰਿਹਾ। ਕਿਸੇ ਵੇਲੇ ਭਾਵੁਕਤਾ ਇਸ ਕਰਕੇ ਵੀ ਹੋ ਜਾਂਦੀ ਆ। ਇਹ ਸਾਡੀ ਸਟੇਟ ਹੈ, ਅਸੀਂ ਸਟੇਕ ਤੇ ਆ। ਇੱਥੇ ਸਾਡਾ
ਢਾਂਚਾ ਹੈ, ਇੱਥੇ ਸਾਡੇ ਬੱਚੇ ਨੇ, ਇੱਥੇ ਸਾਡਾ ਸਰਮਾਇਆ, ਇੱਥੇ ਸਾਰਾ ਕੁਝ ਲੱਗਿਆ। ਕੱਲੇ ਭਗਵੰਤ ਮਾਨ ਜਾਂ ਕੋਈ ਹੋਰ ਨਹੀਂ ਜ਼ਿੰਮੇਵਾਰ, ਸਾਰਿਆਂ ਦਾ ਸਰਮਾਇਆ ਲੱਗਿਆ। ਸੋ ਇਸ ਕਰਕੇ ਕੰਸਰਨ ਨੇ, ਉਹਦੇ ਲਈ ਮਾਫੀ ਮੰਗਦੇ ਆ। ਇੱਕ ਹੋਰ ਮਾਮਲਾ, ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਇਸ ਵੇਲੇ ਕਾਫੀ ਮੁਸ਼ਕਲ ਆ, ਉਹਨਾਂ ਦੇ ਪਿੰਡ ਕੱਲ ਕੋਰ ਕਮੇਟੀ ਵੀ ਬੈਠਦੀ ਆ। ਅਦਰਵਾਈਜ਼ ਉਹ ਦੂਜੇ ਬੰਨੇ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਜਾਂਦੇ ਆ ਜ਼ਮਾਨਤ ਅਰਜੀ ਲੈ ਕੇ। ਨਾਲ ਹੀ ਅਸੀਂ ਵਿਜੀਲੈਂਸ ਦੀ ਇੱਕ ਖਬਰ ਜ਼ਰੂਰ ਲਵਾਂਗੇ ਕਿ ਸਰਵੇਸ਼ ਕੌਸ਼ਲ ਵਿਜੀਲੈਂਸ ਨੂੰ ਕੀ ਕੋਆਪਰੇਟ ਨਹੀਂ ਕਰ ਰਹੇ, ਕਿ ਵਿਜੀਲੈਂਸ ਨੂੰ ਉਹ ਢੰਗ ਨਾਲ ਸਹਿਯੋਗ ਨਹੀਂ ਕਰ ਰਹੇ। ਇਹ ਸਵਾਲ ਵੀ ਆ, ਕਿਉਂਕਿ 2 ਅਖਬਾਰਾਂ 'ਚ ਪ੍ਰਕਾਸ਼ਿਤ ਹੋਈ ਗੱਲ ਆ। ਔਰ ਪ੍ਰਦੂਸ਼ਣ ਬੋਰਡ ਨੇ ਰਾਜਪੁਰੇ ਦੀ ਇੱਕ ਫੈਕਟਰੀ ਨੂੰ ਜੁਰਮਾਨਾ ਲਾਇਆ, ਚੰਗੀ ਗੱਲ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਅੰਮ੍ਰਿਤਪਾਲ ਦੇ ਵਰਤਾਰੇ ਨੂੰ ਤੁਸੀਂ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਦੇ ਨਜ਼ਰੀਏ ਤੋਂ, ਰਿਪੋਰਟ ਹੋ ਰਹੀਆਂ ਖਬਰਾਂ ਦੇ ਨਜ਼ਰੀਏ ਤੋਂ, ਔਰ ਜਿਸ ਤਰੀਕੇ ਨਾਲ ਉਹਦਾ ਸਬੰਧ ISI ਨਾਲ ਜੋੜਿਆ ਜਾ ਰਿਹਾ, ਟੈਰਰਿਜ਼ਮ ਨਾਲ ਜੋੜਿਆ ਜਾ ਰਿਹਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਕਿ ਦਿੱਲੀ ਤੋਂ ਏਜੰਸੀਆਂ ਦੀਆਂ ਖਬਰਾਂ ਲੱਗੀਆਂ ਨੇ ਵੱਖ-ਵੱਖ ਵੱਡੀਆਂ ਅਖਬਾਰਾਂ 'ਚ, ਇਸ ਨਜ਼ਰੀਏ ਤੋਂ ਇਹਨੂੰ ਜ਼ੁਬਾਨ ਦਿਓ। ਰੰਧਾਵਾ ਸਾਹਿਬ, ਜੋ ਕੱਲ ਹੋਇਆ ਹੈ ਉਹ ਦੇਖ ਕੇ ਕੁਝ ਏਦਾਂ ਦਾ ਨਹੀਂ ਲੱਗਿਆ ਕਿ ਇਹ ਕੁਝ ਨਵਾਂ ਹੈ, ਕਿਉਂਕਿ ਮੈਂ ਜਿੰਨਾ ਕੁ ਵੀ ਪੜ੍ਹਿਆ ਹੈ, ਖਾਸ ਤੌਰ ਤੇ ਜਿਹੜੇ ਪਿਛਲੇ ਐਪੀਸੋਡਸ ਹੋਏ ਨੇ, ਚਾਹੇ ਉਹ 15 ਸਾਲ ਦਾ ਸਾਡਾ ਅੱਤਵਾਦ ਦਾ ਪੀਰੀਅਡ ਹੋਵੇ ਜਾਂ ਕੋਈ ਹੋਰ ਹੋਏ, ਹੁਣ ਮੈਂ ਸਾਰਿਆਂ ਦਾ ਇੱਕੋ ਪੈਟਰਨ ਜਾਂ ਦੇਖਦਾ ਕਿ ਇਹ ਜਿਹੜੀਆਂ ਸੈਂਟਰਲ ਏਜੰਸੀਆਂ ਹੁੰਦੀਆਂ ਨੇ ਜਾਂ ਕੋਈ ਵੀ ਏਜੰਸੀ ਹੁੰਦੀ ਹੈ, ਏਜੰਸੀਆਂ ਦੀ ਮੈਂ ਗੱਲ ਕਰਦਾ, ਸਟੇਟ ਦੀਆਂ ਵੀ ਹੋ ਸਕਦੀਆਂ ਨੇ, ਸੈਂਟਰ ਦੀਆਂ ਵੀ ਹੋ ਸਕਦੀਆਂ ਨੇ, ਉਹਨਾਂ ਦਾ ਪੈਟਰਨ ਲਗਭਗ ਇੱਕੋ ਜਿਹਾ ਹੀ ਹੁੰਦਾ ਕਿ ਕਿਸ ਤਰ੍ਹਾਂ ਬੰਦੇ ਨੂੰ ਮਤਲਬ ਕਿ ਲੋਕਾਂ ਦੇ ਵਿੱਚੋਂ ਮਨਫੀ ਕਰ ਦੇਣਾ ਹੈ। ਹੁਣ ਕੱਲ ਵੀ ਤੁਸੀਂ ਦੇਖੋ, ਜਿਹੜੀ ਤੁਸੀਂ ਸ਼ੁਰੂ 'ਚ ਗੱਲ ਕੀਤੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸੇ ਪ੍ਰੋਗਰਾਮ 'ਚ ਬੈਠਾ ਸੀ ਤੇ ਲੋਕ ਜਿਹੜੇ ਅੰਮ੍ਰਿਤਪਾਲ ਦੇ ਖਿਲਾਫ ਹੀ ਹੁੰਦੇ ਸੀ ਜਾਂ ਉਹਦੇ ਜਿਹੜੇ ਗੁਰਦੁਆਰਾ ਦੇ ਵਿੱਚੋਂ ਕੁਰਸੀਆਂ ਚੱਕਣ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਤੋਂ ਨਾਰਾਜ਼ ਸੀਗੇ, ਉਹ ਲੋਕ ਵੀ ਅਚਾਨਕ ਜਿਹੜੇ ਹੈਗੇ ਆ ਉਹਦੇ ਸਿੰਪਥਾਈਜ਼ਰ ਹੋ ਗਏ ਆ ਇੱਕਦਮ। ਔਰ ਮੈਂ ਇਹ ਆਪਣੇ ਘਰਾਂ 'ਚ ਵੀ ਦੇਖ ਰਿਹਾ ਜਾਂ ਆਲੇ ਦੁਆਲੇ 'ਚ ਵੀ ਦੇਖ ਰਿਹਾ। ਇਹ ਪੰਜਾਬੀਆਂ ਦਾ ਸੁਭਾਅ ਹੈ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈਗੀ ਕਿ ਪੰਜਾਬੀਆਂ ਦਾ ਸੁਭਾਅ ਹੈ ਜਦੋਂ ਵੀ ਕੋਈ ਪੀੜਿਤ ਹੁੰਦਾ ਉਹਦੇ ਨਾਲ ਖੜ ਜਾਂਦੇ ਆ, ਜਾਂ ਜਦੋਂ ਵੀ ਕੋਈ ਪ੍ਰਤਾੜਿਤ ਕੀਤਾ ਜਾ ਰਿਹਾ ਉਹਦੇ ਨਾਲ ਖੜ ਜਾਂਦੇ ਆ। ਸੋ ਇਹ ਉਸ 'ਚੋਂ ਉਪਜਣਾ ਸੁਭਾਵਿਕ ਹੈ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਪਰ ਦੂਜੀ ਗੱਲ ਇਹ ਵੀ ਬਿਲਕੁਲ ਤੁਹਾਡੀ ਠੀਕ ਹੈ ਕਿ ਜਿਹੜੀ ਸਰਕਾਰ ਇਹ ਕਿਉਂਕਿ ਬੜੇ ਦਮਗੱਜੇ ਨਾਲ ਆਈ ਹੈ, ਲੋਕਾਂ ਨੇ ਬਹੁਤ ਭਾਰੀ ਵੋਟਾਂ ਪਾ ਕੇ ਜਿਤਾਇਆ, ਉਸ ਨਾਲ ਜਿਹੜੀਆਂ ਸਥਿਰ ਐਸਟੈਬਲਿਸ਼ਮੈਂਟਸ ਪਾਰਟੀਆਂ ਹੈਗੀਆਂ ਨੇ, ਐਸਟੈਬਲਿਸ਼ਮੈਂਟ ਪਾਰਟੀਆਂ ਹੈਗੀਆਂ, ਉਹ ਮੈਨੂੰ ਲੱਗਦਾ ਹੈ ਕਿ ਕੁਝ ਜ਼ਿਆਦਾ ਹੀ ਘਬਰਾ ਗਈਆਂ ਨੇ ਤੇ ਉਹਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਹੀ ਰਹੀਆਂ ਨੇ। ਪਰ ਇੱਥੇ ਇੱਕ ਚੀਜ਼ ਹੋਰ ਜਿਹੜੀ ਅਸੀਂ ਛੋੜ ਰਹੇ ਹਾਂ, ਉਹ ਹੈਗਾ ਭਾਰਤੀ ਜਨਤਾ ਪਾਰਟੀ ਦਾ। ਉਹ ਮੈਨੂੰ ਇਹ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਆਣਾ ਹੀ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਦਾ ਇੱਕ ਸਿੰਪਲ ਜਿਹਾ ਉਹ ਮੈਥਡ ਹੈ ਕਿ ਡਿਵਾਈਡ ਐਂਡ ਰੂਲ ਕਰਕੇ ਤੁਸੀਂ ਕਿਸੇ ਥਾਂ ਤੇ ਚਲੇ ਜਾਓ। ਬੇਸ਼ੱਕ ਤੁਹਾਡਾ ਇੱਥੇ ਆਪਣਾ ਨਾਂ ਵੀ ਹੋਵੇ ਸਟਰਕਚਰ ਪੂਰੇ ਸਟੇਟ ਦੇ ਵਿੱਚ, ਤਾਂ ਤੁਸੀਂ ਬਣਿਆ ਹੋਇਆ ਸਟਰਕਚਰ ਖਿੱਚ ਲਓ ਆਪਣੇ ਵੱਲ, ਜਿਵੇਂ ਕਿ ਉਹਨਾਂ ਨੇ ਕਾਂਗਰਸ ਦਾ ਬਹੁਤ ਵੱਡਾ ਸਟਰਕਚਰ ਆਪਣੇ ਕੋਲੇ ਖਿੱਚ ਲਿਆ। ਇਸੇ ਤਰ੍ਹਾਂ ਦਾ ਸਟਰਕਚਰ ਖਿੱਚ ਕੇ ਉਹ ਵਿੱਚ ਜਾਣਾ ਚਾਹੁੰਦੇ ਨੇ, ਪਰ ਉਸ ਤੋਂ ਪਹਿਲਾਂ ਉਹ ਇਸ ਤਰ੍ਹਾਂ ਦਾ ਡਿਵਾਈਡ ਕਰਨਾ ਚਾਹੁੰਦੇ ਆ ਪੂਰੀ ਸੁਸਾਇਟੀ ਨੂੰ ਕਿ ਉਹ ਇੱਕ ਪਾਸੇ ਹੋ ਜਾਣ ਤੇ ਬਾਕੀ ਸਾਰੇ ਇੱਕ ਪਾਸੇ ਹੋ ਜਾਣ, ਤੇ ਜਿਹੜੇ ਬਾਕੀ ਸਾਰੇ ਨੇ ਉਹ ਕਈ ਪਾਰਟੀਆਂ 'ਚ ਵੰਡੇ ਜਾਣ ਤੇ ਉਹ ਆਰਾਮ ਨਾਲ 30-32% ਵੋਟਾਂ ਲੈ ਕੇ ਜਿੱਤਣ। ਏਦਾਂ ਦਾ ਇੱਕ ਨੈਰੇਟਿਵ ਉਹ ਹਰ ਸਟੇਟਾਂ 'ਚ ਯੂਜ਼ ਕਰ ਰਹੇ ਆ। ਪਰ ਪੰਜਾਬ ਦਾ ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਸੋਸ਼ਲ ਫੈਬਰਿਕ ਹੈ ਉਹ ਬਹੁਤ ਕਮਾਲ ਦਾ ਹੈ, ਉਹ ਇੰਨਾ ਜਲਦੀ ਟੁੱਟਣ ਵਾਲਾ ਨਹੀਂ ਹੈਗਾ। ਖਾਸ ਤੌਰ ਤੇ ਉਦੋਂ ਜਦੋਂ ਉਹਨਾਂ ਨੇ ਆਲਰੇਡੀ 15 ਸਾਲ ਦਾ ਦੰਸ਼ ਝੇਲਿਆ ਹੋਵੇ, ਸਭ ਕੁਝ ਦੇਖ ਚੁੱਕੇ ਆ, ਉਹ ਹੁਣ ਉਸ ਤਰ੍ਹਾਂ ਦਾ ਦੰਸ਼ ਨਹੀਂ ਝੇਲਣ ਦੀ ਉਸ 'ਚ ਹੈਗੇ। ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਡਿਵਾਈਡ ਹੋਣਾ ਬਿਲਕੁਲ ਠੀਕ ਨਹੀਂ ਹੈਗਾ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜੋ ਵੀ ਕੱਲ ਹੋਇਆ ਇਹਦੇ ਵਿੱਚ ਜਿਹੜਾ ਠੀਕ ਹੈ ਤੁਹਾਡੀ ਗੱਲ ਕਿ ਭਗਵੰਤ ਮਾਨ ਸਰਕਾਰ ਨੂੰ ਐਕਸ਼ਨ ਉਸੇ ਟਾਈਮ ਹੀ ਲੈਣਾ ਚਾਹੀਦਾ ਸੀ, ਪਰ ਅਸੀਂ ਜਦੋਂ ਕੱਲ ਇਹ ਗੱਲਾਂ ਕਰ ਰਹੇ ਸੀ ਤਾਂ ਇੱਕ ਮਤਲਬ ਸਾਨੂੰ ਆਫੀਸਰ ਨਾਲ ਜਾਂ ਪੋਲੀਟੀਸ਼ੀਅਨ ਨਾਲ ਜਿੰਨੇ ਇੱਕ ਬੰਦੇ ਨਾਲ ਗੱਲਾਂ ਕਰ ਰਹੇ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਨਹੀਂ, ਸਰਕਾਰ ਨੇ ਇਹ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ G20 ਦਿਖ ਰਿਹਾ ਸੀ। G20 ਭਾਵੇਂ ਛੋਟਾ ਹੈ ਵੱਡਾ ਹੈ, ਅੱਜ 19-20 ਨੂੰ ਵੀ ਹੈ, ਮਜ਼ਦੂਰਾਂ ਦੇ ਇਹ ਅੱਜ ਵੀ ਚੱਲ ਰਿਹਾ। ਇੱਕ ਫਿਕਰ ਬਹੁਤ ਵੱਡਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ ਜਾਂ ਉਹਦੀ ਬਰਸੀ ਤੋਂ ਜਿੱਥੇ ਉਹ ਕਰ ਰਹੇ ਆ, ਜੇਕਰ ਉੱਥੋਂ ਕੋਈ ਐਲਾਨ ਹੁੰਦਾ ਤੇ ਉਹ ਐਲਾਨ ਬਹੁਤ ਵੱਡੇ ਪੱਧਰ ਤੇ ਆਪਣੀ ਚਪੇਟ 'ਚ ਲੈਂਦਾ ਸਿਆਸਤ ਨੂੰ, ਸਰਕਾਰ ਨੂੰ ਜਵਾਬ ਦੇਣਾ ਔਖਾ ਸੀ। ਕਿਉਂਕਿ 1-2 ਦਿਨ ਪਹਿਲਾਂ ਹੀ ਉਹ ਇੰਟਰਵਿਊਜ਼ ਆਈਆਂ ਸੀ, ਕਿਤੇ
ਇਹ ਜਿਹੜਾ ਨੈਰੇਟਿਵ ਸੀ ਸਿੱਖ ਬਨਾਮ ਕੋਈ ਦੂਜਾ ਨਾ ਹੋ ਜੇ, ਇਹ ਚੀਜ਼ਾਂ ਹੋ ਰਹੀਆਂ ਸੀਗੀਆਂ। ਇਹ ਪੰਜਾਬ ਬਨਾਮ ਗੈਰ ਪੰਜਾਬੀ ਨਾ ਹੋ ਜੇ, ਜਾਂ ਪੰਜਾਬੀਆਂ ਨੂੰ ਕੋਈ ਆਹਵਾਨ ਨਾ ਕੋਈ ਦਿੱਤਾ ਜਾਵੇ, ਇਹ ਸਵਾਲ ਆ। ਤੁਸੀਂ ਠੀਕ ਕਹਿ ਰਹੇ ਹੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਕੋਸ਼ਿਸ਼ ਕਰ ਰਹੀ ਆ ਕਿ ਧਰੁਵੀਕਰਨ ਕਰ ਲਿਆ ਜਾਵੇ, ਗਾਂ ਜਲੰਧਰ ਦੀ ਚੋਣ ਆ ਰਹੀ, ਉਸ ਤੋਂ ਬਾਅਦ 24 ਆ ਰਿਹਾ, ਪਰ ਜਿਹੜੀ ਸਟੇਟ ਆ, ਜਿਹੜੀ ਅੱਗੇ ਲੱਗੀ ਹੋਈ ਆ, ਜਿਹੜੀ ਫਰੰਟ ਫੁੱਟ ਤੇ ਆ, ਉਹਦੇ ਜ਼ਿੰਮੇਵਾਰ ਭਗਵੰਤ ਮਾਨ ਨੇ। ਕੀ ਕੇਂਦਰ ਸਟੇਟ ਰਿਲੇਸ਼ਨਸ ਦੇ ਵਿੱਚ ਇਹ ਨਹੀਂ ਆਉਂਦਾ ਕਿ ਸਟੇਟ ਫੈਸਲਾ ਕਰ ਸਕਦੀ ਆ ਕਿ ਉਹਨੇ ਕਿਹੜਾ ਰਸਤਾ ਚੁਣਨਾ? ਕੀ ਭਗਵੰਤ ਮਾਨ ਇਹਦਾ ਮਤਲਬ ਉਹਨਾਂ ਦੇ ਟ੍ਰੈਪ 'ਚ ਇੰਨੇ ਈਜ਼ੀਲੀ ਫਸ ਕੇ? ਮੈਂ ਇਸ ਗੱਲ ਦੀ ਕੋਈ ਨਹੀਂ ਕਹਿੰਦਾ ਕਿ ਬੀਜੇਪੀ ਕਰਵਾ ਰਹੀ ਹੈ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਉਹਦੀ ਗੱਲ ਕਰ ਰਿਹਾ ਕਿ ਕੀ ਭਗਵੰਤ ਮਾਨ ਜਾਣ ਬੁੱਝ ਕੇ ਉਸ ਟ੍ਰੈਪ 'ਚ ਫਸ ਕੇ? ਫਿਰ ਇਹਦਾ ਭੁਗਤਾਨ ਕੌਣ ਕਰੂਗਾ? ਕੀ ਬਾਦਲ ਜਿਹੜਾ ਹੁਣ ਤੱਕ ਭੁਗਤਾਨ ਕਰ ਰਹੇ ਆ ਉਹ ਸਿੱਖ ਨਹੀਂ ਸੀ? ਲੱਗਣ ਲੱਗ ਜਾਓਗੇ ਕਿ ਤੁਸੀਂ ਸਟੇਟ ਮਸ਼ੀਨਰੀ ਦੀ ਦਰਵਰਤੋਂ ਕਿਸੇ ਖਾਸ ਕੌਮ ਲਈ ਕੀਤੀ ਆ, ਇਸ ਤਰ੍ਹਾਂ ਦਾ ਨੈਰੇਟਿਵ ਜੇ ਬਣਨਾ ਸ਼ੁਰੂ ਹੋ ਜਾਊਗਾ, ਇਹਨੂੰ ਤੋੜੂਗਾ ਕੌਣ? ਇੱਕ ਬਦਲਾਅ ਆਇਆ, ਇਸ ਬਦਲਾਅ ਨੂੰ ਅਸਥਿਰ ਕਰਨ ਲਈ ਲੱਖ ਕੋਸ਼ਿਸ਼ ਹੋ ਰਹੀਆਂ ਨੇ, ਪਰ ਤੁਸੀਂ ਬਚ ਕੇ ਤੇ ਤੁਸੀਂ ਲੰਘਣਾ ਨਾ। ਤੁਹਾਡੀ ਸਿਆਸੀ ਸਮਝ ਕਿੱਥੇ ਗਈ ਜੀ? ਹੁਣ ਗੱਲ ਜਾਰੀ ਰੱਖੋ ਜੀ। ਮੈਂ ਇਸੇ ਗੱਲ ਤੇ ਆ ਰਿਹਾ ਸੀਗਾ ਕਿ ਜਦੋਂ ਕੱਲ ਅਸੀਂ ਇਹ ਸੋਚ ਰਹੇ ਸੀਗੇ ਕਿ G20 ਕਰਕੇ ਇਹ ਰੋਕਿਆ ਹੋਇਆ, ਤਾਂ ਨਾਲ ਦੀ ਨਾਲ ਉਦੋਂ ਇਹ ਬਿਲਕੁਲ ਧਿਆਨ ਨਹੀਂ ਸੀ ਕਿ 19 ਤੇ 20 ਨੂੰ ਲੇਬਰ ਕਾਨਫਰੰਸ ਵੀ ਹੋਣੀ ਹੈ G20 ਹੋਈ ਉੱਥੇ ਅੰਮ੍ਰਿਤਸਰ ਦੇ ਵਿੱਚ ਹੀ ਹੋਣੀ ਹੈ, ਤੇ ਸਿਰਫ ਇੱਕੋ ਦਿਨ ਜਿਹੜਾ ਹੈਗਾ ਉਹ 18 ਤਰੀਕ ਦਾ ਬਚਦਾ ਹੈ। ਫਿਰ ਇੱਕ ਚਲਦੇ ਚਲਦੇ ਜਦੋਂ ਚਰਚਾਵਾਂ ਚੱਲੀਆਂ ਤਾਂ ਫਿਰ ਇਹ ਆਇਆ ਕਿ ਮਾਨਸਾ ਦੇ ਵਿੱਚ ਕੱਲ ਹੀ ਜਿਹੜੀ ਅੱਜ ਯਾਨੀ ਕਿ 19 ਤਰੀਕ ਨੂੰ ਬਲਕੌਰ ਸਿੰਘ ਹੋਰਾਂ ਨੇ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਹੈ, ਉਹਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਹੈ। ਤੇ ਉਹਨਾਂ ਦੇ ਜਿਹੜੇ ਫਾਦਰ ਦੀ ਵੀ ਤੁਸੀਂ ਅਗਰ ਸਟੇਟਮੈਂਟ ਪੜ੍ਹੋ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਅੰਮ੍ਰਿਤਪਾਲ ਹੈਗੇ ਆ ਉਹਨਾਂ ਬਾਰੇ ਵੀ ਸਾਨੂੰ ਦੱਸਿਆ ਗਿਆ ਕਿ ਉਹ ਸਾਡੇ ਪ੍ਰੋਗਰਾਮ 'ਚ ਆ ਰਹੇ ਹੈ। ਦੂਸਰਾ ਜਿਹੜਾ ਇਹ ਸਿਮਰਨਜੀਤ ਮਾਨ ਹੋਣੀ ਵੀ ਜਿਹੜੇ ਉਹਨਾਂ ਨੇ ਵੀ ਐਲਾਨ ਕੀਤਾ ਹੋਇਆ ਕਿ ਉਹ ਵੱਡੀ ਤਾਦਾਦ ਦੇ ਵਿੱਚ ਜਾਣਗੇ, ਚਾਹੇ ਨਾਕੇ ਲੱਗੇ ਹੋਣ, ਅਸੀਂ ਨਾਕੇ ਵੀ ਤੋੜਾਂਗੇ, ਇਹ ਕਰਾਂਗੇ ਉਹ ਕਰਾਂਗੇ। ਇਸ ਤਰ੍ਹਾਂ ਦੀ ਸਟੇਟਮੈਂਟਸ ਉਹਨਾਂ ਦੀਆਂ ਵੀ ਆਈਆਂ ਨੇ। ਤਾਂ ਇਹ ਲੱਗ ਰਿਹਾ ਸੀਗਾ ਕਿ ਨਹੀਂ, ਇਹਦੇ ਵਿੱਚ ਫਿਰ ਗੱਲ ਕੁਝ ਹੋਰ ਹੈ, ਉਹ ਗੱਲ G20 ਵਾਲੀ ਗੱਲ ਨਹੀਂ ਹੈਗੀ ਜੋ ਅਸੀਂ ਪਹਿਲਾਂ ਸੋਚ ਰਹੇ ਸੀ ਕਿ ਸ਼ਾਇਦ G20 ਕਰਕੇ ਇਹ ਰੋਕਿਆ ਹੋਇਆ, ਉਹ ਗੱਲ ਨਹੀਂ ਬਣੀ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਅੱਜ ਉੱਥੇ ਕੋਈ ਐਲਾਨ ਇਸ ਤਰ੍ਹਾਂ ਦਾ ਹੋ ਜਾਂਦਾ, ਜੇ ਅੰਮ੍ਰਿਤਪਾਲ ਹੋਣੀ ਵੀ ਉੱਥੇ ਪਹੁੰਚ ਜਾਂਦੇ ਤੇ ਦੂਸਰੀਆਂ ਸਾਰੀਆਂ ਧਿਰਾਂ ਵੀ ਉੱਥੇ ਖਾਸ ਤੌਰ ਤੇ ਪਹੁੰਚਦੀਆਂ ਜਿਨ੍ਹਾਂ 'ਚ ਯੰਗਸਟਰ ਜ਼ਿਆਦਾ ਨੇ। ਸਰਕਾਰ ਨੂੰ ਚਿੰਤਾ ਯੰਗਸਟਰ ਦੀ ਹੈ ਕਿ ਯੰਗਸਟਰ ਕਿਸ ਪਾਸੇ ਨੂੰ ਤੁਰ ਪਿਆ। ਉਹ ਅਸਲੀ ਸਵਾਦ ਸੰਗਰੂਰ ਵਾਲੀ ਇਲੈਕਸ਼ਨ 'ਚ ਦੇਖ ਚੁੱਕੇ ਨੇ। ਮੈਨੂੰ ਲੱਗਦਾ ਉਹਨਾਂ ਨੂੰ ਇਹ ਹੈ ਕਿ ਅੱਗੇ ਵੀ ਚਾਹੇ ਉਹ ਜਲੰਧਰ ਦੀ ਇਲੈਕਸ਼ਨ ਹੋਵੇ, ਚਾਹੇ ਉਸ ਤੋਂ ਬਾਅਦ 24 ਦੀ ਇਲੈਕਸ਼ਨ ਹੋਣ, ਕਿ ਮਾਹੌਲ ਕੁਝ ਏਦਾਂ ਦਾ ਨਾ ਬਣ ਜੇ ਕਿ ਇੱਕ ਧਿਰ ਇੱਕ ਵੱਡੀ ਧਿਰ ਇੱਕ ਪਾਸੇ ਖੜੀ ਹੋ ਜਾਏ ਤੇ ਦੂਜੀ ਧਿਰ ਇੱਕ ਪਾਸੇ ਖੜੀ ਹੋ ਜਾਏ। ਸੋ ਮੈਨੂੰ ਇਹ ਲੱਗਦਾ ਕਿ ਉਹਨੂੰ ਵੀ ਧਿਆਨ ਰੱਖ ਕੇ ਜਿਹੜਾ ਕੱਲ ਦਾ ਦਿਨ ਚੁਣਿਆ ਗਿਆ ਉਹਦੇ ਲਈ ਪੂਰੀ ਤਿਆਰੀ ਸੀਗੀ। ਸਭ ਤੋਂ ਪਹਿਲੀ ਗੱਲ ਤੇ ਕਿ ਇਹ ਵਿਉਂਤਬੰਦੀ, ਇਹ ਜਿਹੜੀ ਪਲੈਨਿੰਗ ਸੀਗੀ, ਇਹ ਕੁਝ ਦਿਨ ਪਹਿਲਾਂ ਹੋ ਗਈ ਸੀ। ਜੇਕਰ 17 ਤਰੀਕ ਨੂੰ ਗ੍ਰਹਿ ਮੰਤਰਾਲੇ ਦਾ ਇੰਟਰਨੈਟ ਬੰਦ ਕਰਨ ਸੰਬੰਧੀ ਆਰਡਰ ਆ ਜਾਂਦਾ ਹੈ, ਇਹਦਾ ਮਤਲਬ ਹੈ ਕਿ ਇਹ ਚਾਣਚੱਕ ਨਹੀਂ ਵਿਉਂਤਿਆ ਗਿਆ, ਇਹ ਪ੍ਰੀ ਪਲਾਨਡ ਸੀ। ਇਹ ਗੱਲ ਤਾਂ ਬਹੁਤ ਜ਼ਿਆਦਾ ਰੂਪ 'ਚ ਸਾਹਮਣੇ ਆ ਰਹੀ ਆ। ਇਹਦਾ ਮਤਲਬ ਹੈ ਕਿ ਅੱਜ ਦਿਨੇ 12 ਵਜੇ ਵੀ ਇੰਟਰਨੈਟ ਖੁੱਲ ਨਹੀਂ ਸਕਦਾ, ਇਹ ਸ਼ਾਮ ਤੱਕ ਵੀ ਇਹ ਪਾਬੰਦੀਆਂ ਵਧਾਈਆਂ ਜਾਣਗੀਆਂ। ਇਹਦਾ ਮਤਲਬ ਲਿਖਿਆ ਹੋਇਆ ਹੈ ਗੱਲ, ਹਾਂ, ਔਰ ਸਿੱਧੇ ਜਿਹੜਾ ਆਰਡਰ ਹੈਗੇ, ਆਰਡਰ 'ਚ ਹੀ ਲਿਖਿਆ ਹੋਇਆ ਹੈ ਕਿ 12 ਵਜੇ ਤੱਕ ਤਾਂ ਲਗਾਤ ਹੈ, ਪਰ ਜੇ ਸਟੇਟ ਦੇ ਹਾਲਾਤ ਠੀਕ ਨਹੀਂ ਰਹੇ ਤਾਂ ਇਹਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ, ਆਰਡਰ ਦੇ ਵਿੱਚ ਹੀ ਹੈ। ਇਹਦਾ ਮਤਲਬ ਹੈ ਕਿ ਜਿਹੜੀ ਸਿੱਧੂ ਮੂਸੇਵਾਲੇ ਦੀ ਬਰਸੀ ਤੋਂ ਕਿਸੇ ਵੀ ਤਰ੍ਹਾਂ ਦੀਆਂ ਸਪੀਚਸ ਤੇ ਬਾਕੀ ਚੀਜ਼ਾਂ ਨੇ, ਉਹਨਾਂ ਦਾ ਡਾਇਰੈਕਟ ਪ੍ਰਸਾਰਣ ਬਹੁਤ ਸਾਰੇ ਲੋਕਾਂ ਤੱਕ ਨਹੀਂ ਪਹੁੰਚ ਪਾਊਗਾ। ਇਹ ਵੀ ਇੱਕ ਤਰੀਕਾਕਾਰ ਹੈ। ਦੂਜੀ ਗੱਲ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਨੌਜਵਾਨੀ ਨੂੰ ਹੈਂਡਲ ਕਿੱਦਾਂ ਕੀਤਾ ਜਾਵੇ, ਸਰਕਾਰਾਂ ਜਿਹੜੀਆਂ ਲੋਕਾਂ ਲਈ ਆਈਆਂ ਹੋਣ, ਜਿਹਦੇ ਮੁਖੀ ਆਪਣਾ 1 ਸਾਲ ਪੂਰਾ ਹੋਣ ਤੋਂ ਬਾਅਦ ਇਹ ਕਹਿ ਰਹੇ ਹੋਣ ਕਿ ਅਸੀਂ ਅਗਲੀ ਇਲੈਕਸ਼ਨ ਲਈ ਨਹੀਂ ਆਏ, ਅਸੀਂ ਅਗਲੀ ਇਲੈਕਸ਼ਨ ਲੜਨ ਲਈ ਜਾਂ ਜਿੱਤਣ ਲਈ ਨਹੀਂ ਆਏ, ਅਸੀਂ ਇਹਨੂੰ ਬਦਲਣ ਲਈ ਆਏ ਆ। ਫਿਰ ਉਹਦੇ ਲਈ ਅਗਲੀ ਇਲੈਕਸ਼ਨ ਭਾਵੇਂ ਉਹ ਜਲੰਧਰ ਦੀ ਹੋਵੇ ਜਾਂ 24 ਦੀ, ਉਹ ਵੀ ਬੇਮਾਨੇ ਹੋਣੀ ਚਾਹੀਦੀ ਆ। ਉਹਦੇ ਲਈ ਉਹਦੀ ਸਟੇਟ ਦਾ ਇੱਕ ਲਮਹਾ ਬੜਾ ਕੀਮਤੀ ਹੋਣਾ ਚਾਹੀਦਾ। ਜੇਕਰ ਇਹ ਅਨਰੈਸਟ ਸੀਗੀ, ਥੱਲੇ ਦਿਸ ਰਹੀ ਹੈ ਕਿ ਇਹ ਅਨਰੈਸਟ ਆ, ਇਹ ਬੇਚੈਨੀਆਂ ਨੇ ਨੌਜਵਾਨੀ 'ਚ, ਫਿਰ ਤੁਸੀਂ ਉਹਨੂੰ ਐਡਰੈਸ ਕਰਨ ਲਈ ਕੀ ਤਰੀਕਾ ਅਪਣਾਇਆ? ਕੀ ਭਗਵੰਤ ਮਾਨ ਜੀ ਸੰਗਰੂਰ ਦੇ ਸਵਾਦ ਚੱਖਣ ਤੋਂ ਬਾਅਦ ਤੁਹਾਡੀ ਹੋਮ ਟਰਫ ਤੇ ਤੁਹਾਡੇ ਖਿਲਾਫ ਸਿੱਧੂ ਮੂਸੇਵਾਲੇ ਤੇ ਦੀਪ ਸਿੱਧੂ ਦੇ ਨੈਰੇਟਿਵ ਨੇ ਜਿਸ ਤਰੀਕੇ ਨਾਲ ਤੁਹਾਨੂੰ ਹਾਸ਼ੀਏ ਤੇ ਧੱਕਿਆ ਹੈ,
ਜਦੋਂ ਸਾਰੀ ਮੂਵਮੈਂਟ ਤੁਹਾਡੇ ਖਿਲਾਫ ਸੀ, ਤੁਸੀਂ ਉਦੋਂ ਵੀ ਜਿੱਤ ਕੇ ਆਏ, ਫਿਰ ਤੁਹਾਡੀ ਸਰਕਾਰ ਹੋਣ ਦੇ ਬਾਵਜੂਦ ਤੁਸੀਂ ਨਹੀਂ ਜਿੱਤ ਸਕੇ। ਇਹਦਾ ਮਤਲਬ ਕਿ ਇਹ ਕਿੰਨਾ ਜ਼ਬਰਦਸਤ ਹੁਲਾਸ ਤੇ ਹੁਲਾਰ ਹੈ ਜਿਹਨੂੰ ਤੁਸੀਂ ਟੈਕਲ ਨਹੀਂ ਕਰ ਪਾ ਰਹੇ। ਇਹਦਾ ਮਤਲਬ ਹੈ ਕਿ ਇਸ ਅਨਰੈਸਟ ਨੂੰ ਐਡਰੈਸ ਕਰਨ ਦੀ ਬਜਾਏ ਉਹਨੂੰ ਤੁਸੀਂ ਵਧਾ ਰਹੇ ਹੋ। ਜਿਹੜੀ ਚੀਜ਼ ਅੱਜ ਨੌਜਵਾਨੀ ਦੇ ਵਿੱਚ ਨਿਕਲ ਕੇ ਆ ਰਹੀ ਆ, ਅੰਮ੍ਰਿਤਪਾਲ ਨਾਲੋਂ ਤੋੜਨਾ ਨੌਜਵਾਨੀ ਨੂੰ ਔਰ ਇਹ ਨੈਰੇਟਿਵ ਨੂੰ ਦੂਜੇ ਬੰਨੇ ਲੈ ਕੇ ਜਾਣਾ, ਉਹ ਨਜ਼ਰੀਆ ਕਿਤੇ ਨਜ਼ਰ ਨਹੀਂ ਆਇਆ, ਉਹ ਸਿਆਸੀ ਸਮਝ ਨਜ਼ਰ ਨਹੀਂ ਆਈ। ਸਗੋਂ ਤੁਸੀਂ ਇਸ ਐਕਸ਼ਨ ਨਾਲ ਇੱਕ ਵੱਡੇ ਧਿਰ ਨੂੰ ਜੇ ਇਹਦੇ ਨਾਲ ਜੋੜ ਦਿੰਦੇ ਹੋ ਤਾਂ ਫਿਰ ਇਸ ਸਟੇਟ ਦੀ ਅਮਨ ਕਾਨੂੰਨ ਤੋਂ ਲੈ ਕੇ ਸਮਾਜਿਕ ਤਾਣੇ ਬਾਣੇ ਚ ਹੋਣ ਵਾਲੇ ਬਿਖਰਾਵਾਂ ਦੀ ਜ਼ਿੰਮੇਵਾਰੀ ਕਿਹਦੇ ਤੇ ਆਇਦ ਕਰੋਗੇ? ਤੁਸੀਂ ਕਹਿੰਦੇ ਅਕਾਲੀਏ, ਬੀਜੇਪੀ ਵਾਲੇ ਸਾਰੇ ਧਰਮ ਆਧਾਰਿਤ ਰਾਜਨੀਤੀ ਕਰਦੇ, ਪਰ ਤੁਸੀਂ ਧਰਮ ਆਧਾਰਿਤ ਰਾਜਨੀਤੀ ਨਾ ਕਰਕੇ ਵੀ ਧਰਮ ਆਧਾਰਿਤ ਰਾਜਨੀਤੀ ਦੇ ਟ੍ਰੈਪ ਚ ਕਿਵੇਂ ਫਸ ਗਏ? ਭਾਸਕਰ ਸਾਹਿਬ, ਗੱਲ ਤੋਰੋ। ਗੱਲ ਹੈਗੀ ਹੈ ਸਾਰੀ ਟਾਈਮਿੰਗ ਦੀ। 23 ਫਰਵਰੀ ਨੂੰ ਉਹ ਇਨਸੀਡੈਂਟ ਹੁੰਦਾ ਅਜਨਾਲਾ ਦਾ। ਸਰਕਾਰ ਦਾ ਕ੍ਰਿਟਿਸਿਜ਼ਮ ਹੁੰਦਾ ਹੈ ਕਿ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿੱਤਾ। 28 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ, ਅਮਿਤ ਸ਼ਾਹ ਉਹਨਾਂ ਨੂੰ ਮਿਲਦੇ ਨੇ, ਔਰ ਉਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਇੱਕ ਰਿਪੋਰਟ ਮੰਗੀ ਸੀ ਕੇਂਦਰ ਨੇ ਸੂਬੇ ਤੋਂ ਕਿ ਵੀ ਤੁਸੀਂ ਇਸ ਮੁੱਦੇ ਦੇ ਉੱਤੇ ਜਿਹੜਾ ਅਜਨਾਲਾ ਇਨਸੀਡੈਂਟ ਹੈ ਉਹਦੇ ਉੱਤੇ ਇੱਕ ਪੂਰੀ ਰਿਪੋਰਟ ਭੇਜੋ। ਉਸ ਰਿਪੋਰਟ ਦੇ ਵਿੱਚ ਕਿੰਨਾ ਗੱਲਾਂ ਦਾ ਜ਼ਿਕਰ ਸੀ, ਇਹ ਗੱਲ ਬਾਹਰ ਤੇ ਨਹੀਂ ਆਈ, ਪਰ ਨਾਲ ਦੇ ਨਾਲ ਇੰਟੈਲੀਜੈਂਸ ਏਜੰਸੀਜ਼ ਭਾਵੇਂ ਪੰਜਾਬ ਦੀ ਹੋਣ ਭਾਵੇਂ ਕੇਂਦਰ ਦੀ ਹੋਣ, ਕੁਝ ਡੋਜ਼ੀਅਰ ਤਿਆਰ ਕੀਤੇ ਗਏ ਇਹ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ। ਔਰ ਇਹ ਵੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਸਵੰਤ ਸਿੰਘ ਰੋਡੇ ਜਿਹੜੇ ਦੁਬਈ ਦੇ ਵਿੱਚ ਬੈਠੇ ਨੇ, ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਜਿਹੜੇ ਅੰਮ੍ਰਿਤਪਾਲ ਦੇ ਲਿੰਕ ਹੈਗੇ ਨੇ। ਔਰ ਪਰਮਜੀਤ ਸਿੰਘ ਪੰਮਾ ਦਾ ਵੀ ਨਾਂ ਆਇਆ, ਜਿਹੜਾ ਅੰਬਾਲਾ ਦੇ ਬਲਾਸਟ ਦੇ ਵਿੱਚ 2010 ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀ, ਔਰ ਪਟਿਆਲਾ ਦੇ ਵਿੱਚ, ਉਹਦੇ ਵਿੱਚ ਕਿਸ ਤਰੀਕੇ ਨਾਲ ਇਨਵੋਲਵ ਸੀਗਾ। ਤੇ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦੂ ਸਿੰਘ, ਉਹਨਾਂ ਦੇ ਕਤਲ ਦੇ ਵਿੱਚ ਕੀ ਹਾਲ ਸੀ, ਪੈਸੇ ਕਿੱਥੋਂ ਕਿੱਥੇ ਗਏ, ISI ਕਿੱਦਾਂ ਮਦਦ ਕਰ ਰਹੀ ਹੈ, ਇਹਦੇ ਵਾਸਤੇ ਪੂਰਾ ਡੋਜ਼ੀਅਰ ਤਿਆਰ ਕੀਤਾ ਗਿਆ ਸੀ। 28 ਫਰਵਰੀ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਉਹਨਾਂ ਅਮਿਤ ਸ਼ਾਹ ਉਹਨਾਂ ਤੋਂ ਕੁਝ 50 ਕੁ ਕੰਪਨੀਆਂ ਮੰਗਦੇ ਨੇ। ਵਿਉਂਤਬੰਦੀ ਤੇ ਉਸੇ ਟਾਈਮ ਹੋ ਗਈ ਸੀ ਕਿਉਂਕਿ ਸਰਕਾਰ ਲਗਾਤਾਰ 1 ਸਾਲ ਦੇ ਕਾਰਿਆਕਾਲ ਦੇ ਵਿੱਚ ਲਾਅ ਐਂਡ ਆਰਡਰ ਦੇ ਮੁੱਦੇ ਦੇ ਉੱਤੇ ਘਿਰਦੀ ਨਜ਼ਰ ਆ ਰਹੀ ਸੀ। ਔਰ ਅਜਨਾਲਾ ਇਨਸੀਡੈਂਟ ਦੇ ਉੱਤੇ ਕੁਝ ਨਾ ਕਰਨਾ, ਔਰ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਉਹ ਇੰਟਰਵਿਊ ਬੈਕ ਟੂ ਬੈਕ, ਉਹਦੇ ਉੱਤੇ ਸਰਕਾਰ ਜਾਂ ਪੰਜਾਬ ਪੁਲਿਸ ਬੋਣੀ ਜੀ ਨਜ਼ਰ ਆ ਰਹੀ ਸੀ। ਔਰ ਇਹੀ ਵਜ੍ਹਾ ਸੀ ਕਿ ਇਹ ਜਿਹੜਾ ਕੱਲ ਐਕਸ਼ਨ ਹੋਇਆ, ਭਾਵੇਂ ਇਹ ਤੈਅ ਕੀਤਾ ਗਿਆ ਸੀ 12 ਕੁ ਦਿਨ ਪਹਿਲੇ, ਜਦ ਇੰਟੈਲੀਜੈਂਸ ਏਜੰਸੀਜ਼ ਕੇਂਦਰ ਦੀ ਔਰ ਪੰਜਾਬ ਦੀ ਇੰਟੈਲੀਜੈਂਸ ਏਜੰਸੀ ਔਰ ਪੰਜਾਬ ਪੁਲਿਸ ਦੀ ਇੱਕ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਸਾਰੀ ਗੱਲਾਂ ਤੈਅ ਹੋ ਗਈ ਸੀ ਕਿ ਕਿਸ ਤਰੀਕੇ ਨਾਲ ਜਦ G20 ਦਾ ਪਹਿਲਾ ਸੈਸ਼ਨ ਖਤਮ ਹੋਏਗਾ ਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾਏਗੀ। ਉਸ ਤੋਂ ਬਾਅਦ 19 ਤਰੀਕ ਯਾਨੀ ਅੱਜ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੀ ਬਰਸੀ ਹੈ, ਔਰ ਉੱਥੇ ਵੀ ਕੁਝ ਲਾਅ ਐਂਡ ਆਰਡਰ ਪ੍ਰੋਬਲਮ ਆ ਸਕਦੀ ਸੀ। ਔਰ ਅੱਜ ਹੀ ਅੰਮ੍ਰਿਤਪਾਲ ਨੇ ਆਪਣੀ ਇੱਕ ਮੁਹਿੰਮ ਸ਼ੁਰੂ ਕਰਨੀ ਸੀ, ਖਾਲਸਾ ਵਹੀਰ, ਜਿਹਦੇ ਰਾਹੀਂ ਉਹ ਆਪਣਾ ਪ੍ਰਚਾਰ ਪ੍ਰਸਾਰ ਕਰਨ ਦੇ ਵਾਸਤੇ ਇੱਕ ਕੈਂਪੇਨ ਵਾਸਤੇ ਨਿਕਲ ਰਹੇ ਸੀ। ਕੱਲ ਅਗਰ ਐਕਸ਼ਨ ਨਾ ਹੁੰਦਾ, ਹੁਣ ਕੱਲ ਦੇ ਐਕਸ਼ਨ ਦੀ ਹੀ ਗੱਲ ਕਰੋ, ਅੰਮ੍ਰਿਤਪਾਲ ਆਪਣੇ ਘਰੋਂ ਪਿੰਡੋਂ ਨਿਕਲਦਾ ਹੈ, ਉਹਦੇ ਪਿੱਛੇ ਪੁਲਿਸ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ, ਉਹ ਪਿੱਛੇ ਲੱਗੀਆਂ ਹੋਈਆਂ, ਔਰ ਇੱਕ ਗੱਡੀ ਨੂੰ ਪੁਲਿਸ ਵਾਲੇ ਟੱਕਰ ਵੀ ਮਾਰਦੇ ਨੇ ਤੇ ਉਹਦੇ ਵਿੱਚੋਂ ਕੁਝ ਅੰਮ੍ਰਿਤਪਾਲ ਦੇ ਸਪੋਰਟਰ ਫੜ ਲੈਂਦੇ ਨੇ। ਫਿਰ ਅੰਮ੍ਰਿਤਪਾਲ ਭੱਜ ਜਾਂਦਾ, ਉਹ ਵੀ ਜਦ ਪੁਲਿਸ ਨੇ ਚਾਰੋਂ ਤਰਫ ਤੋਂ ਘੇਰਿਆ ਹੋਇਆ ਸੀਗਾ। ਅੰਮ੍ਰਿਤਪਾਲ ਦੇ ਅਰੈਸਟ ਦੀ ਖਬਰ ਤਕਰੀਬਨ 3:30 ਵਜੇ ਉਹ ਮੀਡੀਆ ਦੇ ਵਿੱਚ ਵੀ ਆ ਗਈ ਸੀ ਵੀ ਅਰੈਸਟ ਹੋ ਗਿਆ। ਰਾਤ ਨੂੰ 9 ਵਜੇ ਪੁਲਿਸ ਇਸ ਗੱਲ ਦਾ ਖੁਲਾਸਾ ਕਰਦੀ ਹੈ, ਨਹੀਂ ਅੰਮ੍ਰਿਤਪਾਲ ਅਰੈਸਟ ਨਹੀਂ ਹੋਇਆ, ਉਹ ਭੱਜ ਗਿਆ। ਇਹ ਸਾਰੀ ਗੱਲਾਂ ਦੇ ਪਿੱਛੇ ਪੂਰੀ ਇੱਕ ਪਲੈਨਿੰਗ ਹੈ ਕਿ ਅੰਮ੍ਰਿਤਪਾਲ ਅਰੈਸਟ ਹੋਇਆ ਨਹੀਂ ਹੋਇਆ। ਇਹਦੇ ਉੱਤੇ ਕਨਫਿਊਜ਼ਨ ਹਜੇ ਵੀ ਬਣਿਆ, ਭਾਵੇਂ ਪੰਜਾਬ ਪੁਲਿਸ ਨੇ ਇਹ ਗੱਲ ਕਹਿਤੀ ਹੋਏ ਕਿ ਨਹੀਂ ਜੀ ਅੰਮ੍ਰਿਤਪਾਲ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਔਰ ਜਦ ਇਹ ਆਪਰੇਸ਼ਨ ਚੱਲ ਰਿਹਾ ਹੁੰਦਾ ਤਦ ਇਹ ਖਬਰਾਂ ਵੀ ਨਿਕਲ ਕੇ ਆਉਂਦੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਅੰਮ੍ਰਿਤਪਾਲ ਦੇ ਖਿਲਾਫ ਲਾਇਆ ਜਾ ਸਕਦਾ ਹੈ। ਇਹਨਾਂ ਸਾਰੀ ਗੱਲਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਪੇ ਦਾ ਇਹ ਕਹਿਣਾ, ਔਰ ਤੁਹਾਨੂੰ ਯਾਦ ਹੋਏਗਾ ਜਸਕਰਨ ਸਿੰਘ ਜਿਹੜੇ ਹੁਣ ਇੰਟੈਲੀਜੈਂਸ ਪੰਜਾਬ ਦੇ ਮੁਖੀ ਨੇ, ਉਹ ਵੀ ਸਿੱਧੂ ਮੂਸੇਵਾਲੇ ਦੇ ਘਰ ਗਏ ਸੀ ਔਰ ਕੁਝ ਗੱਲਾਂ ਦੱਸ ਕੇ ਆਏ ਸੀ ਕਿ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਹੈ ਐਕਸ਼ਨ ਦੇ ਬਾਰੇ ਨਾ ਦੱਸਿਆ ਹੋਏ, ਲੇਕਿਨ ਇਹਨਾਂ ਗੱਲਾਂ ਨੂੰ ਕਿਸ ਤਰੀਕੇ ਨਾਲ ਅੱਗੇ ਤੋਰਨਾ ਉਹਦੀ ਕੋਈ ਗੱਲ ਹੋਈ ਹੋਏ। ਪਰ ਇਹ ਸਾਰੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ, ਘਿਰਦੀ ਤੋਂ ਪਹਿਲੇ ਵੀ ਨਜ਼ਰ ਆ ਰਹੀ ਸੀ। ਪੰਜਾਬ ਪੁਲਿਸ ਦੇ ਉੱਤੇ ਹਮੇਸ਼ਾ ਇਹੀ ਇਲਜ਼ਾਮ ਲੱਗਿਆ ਕਿ ਵੀ ਅਜਨਾਲਾ ਦੇ ਉਸ ਇਨਸੀਡੈਂਟ ਦੇ ਵਿੱਚ ਐਕਸ਼ਨ ਕਿਉਂ ਨਹੀਂ ਲਿਆ ਗਿਆ। ਕੱਲ ਐਕਸ਼ਨ ਲੈ ਕੇ ਪੰਜਾਬ ਪੁਲਿਸ ਨੇ ਕੀ ਖਟਿਆ, ਲੋਕਾਂ ਦੀ ਕੀ ਪਰਸੈਪਸ਼ਨ ਤਿਆਰ ਹੁੰਦੀ ਹੈ, ਸਰਕਾਰ ਲੋਕਾਂ ਦੇ ਬਾਰੇ ਚ ਕੀ ਸੋਚਦੀ ਹੈ ਔਰ ਲੋਕ ਸਰਕਾਰ ਦੇ ਬਾਰੇ ਚ ਕੀ ਸੋਚਦੇ ਹੈ, ਇਹ ਇੱਕ ਹਜੇ ਪਰਸੈਪਸ਼ਨ ਮੰਨਣੀ ਬਾਕੀ ਹੈ। ਇੱਕ ਪਰਸੈਪਸ਼ਨ ਦੀ ਗੱਲ ਤੁਸੀਂ ਕਰਕੇ ਹਟਿਓ,
ਦੂਜੀ ਪਰਸੈਪਸ਼ਨ ਦੀ ਗੱਲ ਇੰਦਰਪ੍ਰੀਤ ਉਹਨਾਂ ਨੇ ਕਹੀ ਹੈ ਕਿ ਵੀ ਡਿਵਾਈਡ ਐਂਡ ਰੂਲ ਵਾਲੀ ਗੱਲ, ਇਹ ਤੇ ਪੋਲੀਟੀਕਲ ਪਾਰਟੀਆਂ ਹਮੇਸ਼ਾ ਹੀ ਕਰਦੀ ਹੈ, ਉਹ ਇੱਕ ਪਾਰਟੀ ਨਹੀਂ ਕਰਦੀ। ਸਿਰਫ ਆਪਾਂ ਭਾਜਪਾ ਨੂੰ ਨਹੀਂ ਕਹਿ ਸਕਦੇ ਕਿ ਉਹੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਨੂੰ ਅਡਾਪਟ ਕਰਦੀ ਹੈ। ਸਾਰੀ ਪੋਲੀਟੀਕਲ ਪਾਰਟੀਆਂ ਕਿਸੇ ਵੀ ਇਨਸੀਡੈਂਟ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦੀ ਹੈ, ਔਰ ਹੁਣ ਵੀ ਇਹ ਚੀਜ਼ਾਂ ਤੇ ਹੋਣਗੀਆਂ। ਕਿੰਨੂੰ ਕਿੰਨਾ ਕੁ ਲਾਹਾ ਮਿਲਦਾ ਹੈ ਇਹ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਪਤਾ ਲੱਗੇਗਾ। ਔਰ ਜਲੰਧਰ ਹੀ ਕਿਉਂ ਚੁਣਿਆ ਗਿਆ, ਜਦ ਮੈਂ ਗੱਲ ਕਹਿ ਰਿਹਾ ਕਿ ਅੰਮ੍ਰਿਤਪਾਲ ਆਪਣੇ ਪਿੰਡ ਤੋਂ ਜਦ ਨਿਕਲਦਾ ਹੈ, ਔਰ ਉਹਦੇ ਪਿਤਾ ਦਾ ਵੀ ਇਹ ਕਹਿਣਾ ਕਿ ਤਾਦੀ ਕਿਉਂ ਨਹੀਂ ਅਰੈਸਟ ਕਰ ਲਿਆ ਗਿਆ, ਕਿਉਂ ਜਲੰਧਰ ਹੀ ਚੁਣਿਆ ਗਿਆ। ਉਹਨੂੰ ਟਰੇਸ ਕਰਦੇ ਕਰਦੇ ਪਿੱਛਾ ਕਰਦੇ ਕਰਦੇ ਜਦ ਉਹ ਜਲੰਧਰ ਪਹੁੰਚਦਾ ਹੈ ਤਦ ਇਹ ਐਕਸ਼ਨ ਹਾਈਲਾਈਟ ਹੁੰਦਾ ਹੈ। ਔਰ ਇਸ ਐਕਸ਼ਨ ਦੇ ਵਿੱਚ ਉਹ ਜਲੰਧਰ ਤੋਂ ਹੀ ਭੱਜਿਆ ਹੋਇਆ ਦਿਖਾਈ ਦਿੰਦਾ ਹੈ। ਇਹ ਇੱਕ ਆਪਣੇ ਆਪ ਵਿੱਚ ਬੜੀ ਇੱਕ ਅਜੀਬ ਜੀ ਗੱਲ ਹੈਗੀ। ਤੁਸੀਂ ਲੋਕਾਂ ਦੇ ਵਿੱਚ ਕੀ ਪਰਸੈਪਸ਼ਨ ਬਣਦੀ ਉਹਦਾ ਜ਼ਿਕਰ ਕਰ ਰਹੇ ਹੋ। ਲੋਕ ਇਹਦੇ ਬਾਰੇ ਜਿਵੇਂ ਸੋਚਦੇ ਆ, ਅਸੀਂ ਉਹਦੇ ਤੇ ਗੱਲ ਜ਼ਰੂਰ ਕਰਾਂਗੇ। ਇੰਦਰਪ੍ਰੀਤ ਜੀ, ਆਮ ਤੌਰ ਤੇ ਲੋਕਾਂ ਦੇ ਵਿੱਚ ਰਾਏ ਬਣ ਰਹੀ ਆ ਕਿ 8 ਜ਼ਿਲ੍ਹਿਆਂ ਦੀ ਪੁਲਿਸ 100-200 ਗੱਡੀਆਂ 12-1400 ਪੁਲਿਸ ਵਾਲੇ, ਉਹਨਾਂ ਵਿੱਚੋਂ ਇੱਕ ਬੰਦਾ ਕਿਵੇਂ ਭੱਜ ਸਕਦਾ, ਉਹ ਵੀ ਕਾਫਲੇ ਚੋਂ। ਨੰਬਰ 1, ਇਹ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਸਵਾਲ ਆ ਰਿਹਾ। ਕੋਈ ਕਹਿੰਦਾ ਜੀ ਉਹ ਕਿਸੇ ਸਕੂਟੀ ਦੇ ਮਗਰ ਬੈਠ ਕੇ ਚਲੇ ਗਿਆ, ਕੋਈ ਕਹਿੰਦਾ ਉਹ ਕਿਸੇ ਪਿੰਡ 'ਚ ਉੱਥੇ ਪਿੰਡਾਂ ਨੂੰ ਘੇਰਾ ਪਾਇਆ। ਇਹ ਲੋਕਾਂ ਦੀ ਪਰਸੈਪਸ਼ਨ ਆ, ਇਹਦੇ ਉੱਤੇ ਗਵਰਨਮੈਂਟ ਨੇ ਆਪਣਾ ਆਖਰੀ ਹਰਫ ਅਜੇ ਕਹਿਣਾ, ਪੁਲਿਸ ਨੇ ਕਹਿਣਾ। ਦੂਜੀ ਗੱਲ, ਇੱਕ ਆਮ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਮੁਕਾਬਲਾ ਬਣਾਤਾ ਜਾਊਗਾ, ਉਹਨੂੰ ਮਾਰਤਾ ਜਾਊਗਾ। ਜਿਸ ਦੌਰ 'ਚ ਅਸੀਂ ਜੀ ਰਹੇ ਹਾਂ ਉੱਥੇ ਕਿਸੇ ਨੂੰ ਇਸ ਤਰੀਕੇ ਨਾਲ ਮਾਰਨਾ ਸੰਭਵ ਨਹੀਂ ਹੁੰਦਾ। ਸਟੇਟ ਨੂੰ ਪਤਾ ਹੈ, ਲੋਕਾਂ ਨੂੰ ਨਿਸ਼ਚਿੰਤ ਰਹਿਣਾ ਚਾਹੀਦਾ। ਜਿਹੜੇ ਇਸ ਤਰ੍ਹਾਂ ਦੇ ਨਰਮੂਲ ਗੱਲਾਂ ਕਰ ਰਹੇ ਆ, ਇਹ ਸਰਕਾਰ ਕਿਸੇ ਵੇਲੇ ਇਹ ਵੀ ਪਾਣੀ ਵੀ ਮਾਪ ਰਹੀ ਹੁੰਦੀ ਆ। ਪੁਲਿਸ ਦਾ ਵੀ ਇੱਕ ਤਰੀਕਾ ਹੁੰਦਾ, ਕਿਸੇ ਨੂੰ ਇਸ ਤਰੀਕੇ ਨਾਲ ਘੇਰੇਬੰਦੀ ਦੇ ਵਿੱਚੋਂ ਉਹਦਾ ਮੁਕਾਬਲਾ ਬਣਾਉਣਾ, ਇਹ ਬਹੁਤ ਨਰਮੂਲ ਗੱਲਾਂ ਨੇ। ਇਹਨਾਂ ਅਫਵਾਹਾਂ 'ਚ ਜਾਣਾ ਨਹੀਂ ਚਾਹੀਦਾ। ਵੈਸੇ ਆਮ ਲੋਕਾਂ ਨੂੰ ਤਾਂ ਕਿਸੇ ਅਫਵਾਹ 'ਚ ਫਸਣਾ ਹੀ ਨਹੀਂ ਚਾਹੀਦਾ। ਤੁਹਾਨੂੰ ਜਾਣਕਾਰੀ ਸਾਰੀ ਜਿਹੜੀ ਆ ਉਹ ਅਥੈਂਟਿਕ ਸੋਰਸਸ ਤੋਂ ਹੀ ਗ੍ਰਹਿਣ ਕਰਨੀ ਚਾਹੀਦੀ ਆ। ਇੰਦਰਪ੍ਰੀਤ ਜੀ, ਤੀਜੀ ਗੱਲ, ਸਟੇਟ ਦੀ ਜ਼ਿੰਮੇਵਾਰੀ ਭਗਵੰਤ ਸਿੰਘ ਮਾਨ ਦੀ ਹੈ। ਸਟੇਟ ਦੇ ਵਿੱਚ ਬੇਭਰੋਸਗੀ ਨਹੀਂ ਹੋਣੀ ਚਾਹੀਦੀ, ਬੇਗਾਨਗੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ। ਸਟੇਟ ਕਿਸੇ ਖਾਸ ਦੇ ਖਿਲਾਫ ਹੈ, ਇਹ ਮੈਸੇਜ ਨਹੀਂ ਜਾਣਾ ਚਾਹੀਦਾ। ਪੁਲਿਸ ਕਿਸੇ ਖਾਸ ਧਿਰ ਦੇ ਖਿਲਾਫ ਹੈ, ਇਹ ਮੈਸੇਜ ਨਹੀਂ ਜਾਣਾ ਚਾਹੀਦਾ। ਫਲਾਣੇ ਦੇ ਖਿਲਾਫ ਕਾਰਵਾਈ ਨਹੀਂ ਹੋਈ, ਫਲਾਣੇ ਦੇ ਖਿਲਾਫ ਕਾਰਵਾਈ ਹੋਈ, ਇੱਕ ਨਜ਼ਰ ਨਾ ਦੇਖਿਆ ਜਾਣਾ ਚਾਹੀਦਾ। ਕ੍ਰਾਈਮ ਕੋਈ ਕਰਦਾ, ਕਾਨੂੰਨ ਕੋਈ ਤੋੜਦਾ, ਦੇਸ਼ ਦੇ ਸੰਵਿਧਾਨ ਦੇ ਖਿਲਾਫ ਕੋਈ ਜਾਂਦਾ, ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਵੀ ਇਸ ਤੋਂ ਉੱਪਰ ਨਹੀਂ, ਕੋਈ ਪੋਲੀਟੀਸ਼ੀਅਨ, ਕੋਈ ਪੁਲਿਸ ਵਾਲਾ, ਕੋਈ ਇੱਥੇ ਉੱਪਰ ਨਹੀਂ ਹੈ। ਪਰ ਇਹਨੂੰ ਯਕੀਨੀ ਕੌਣ ਬਣਾਏਗਾ? ਪੋਲੀਟੀਕਲ ਵਿਲ ਕਿੱਥੇ ਆ? ਭਗਵੰਤ ਮਾਨ ਸਾਹਮਣੇ ਉਹ ਕਿਉਂ ਨਹੀਂ ਬੋਲ ਰਹੇ? ਤੁਸੀਂ ਲੀਡ ਕਰੋ, ਲੀਡ ਕਿਉਂ ਨਹੀਂ ਕਰ ਰਹੇ? ਨਹੀਂ ਤੇ ਹੁੰਜ ਕੇ ਸੁੱਟ ਤੇ ਜਾਓਗੇ। ਇਹ ਅੱਜ ਦੀ ਦਾਵਾ ਹੈ। ਜੇਕਰ ਤੁਸੀਂ ਅੱਗਿਓਂ ਹੋ ਕੇ ਲੀਡ ਨਹੀਂ ਕਰਦੇ, ਤੁਹਾਨੂੰ ਬਹੁਤ ਵੱਡਾ ਥ੍ਰੈਟ ਆ। ਪੋਲੀਟੀਕਲ ਤੌਰ ਤੇ ਸਰਵਾਈਵਲ ਬਹੁਤ ਔਖੀ ਹੋਣ ਵਾਲੀ ਆ। ਔਰ ਇੱਥੇ ਮਿੰਟ ਲਾਉਂਦੇ ਆ ਲੋਕ ਬੰਦੇ ਬਦਲਣ ਲੱਗਿਆ। ਇੰਦਰਪ੍ਰੀਤ ਜੀ, ਆਖਰੀ ਟਿੱਪਣੀ। ਰੰਧਾਵਾ ਸਾਹਿਬ, ਤੁਸੀਂ ਇਹ ਬਿਲਕੁਲ ਠੀਕ ਗੱਲ ਕਹੀ ਹੈ। ਮੈਂ ਇੱਕ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਕਿਹਾ ਸੀ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਉਸੇ ਦੇ ਪਿੱਛੇ ਲੱਗਦੇ ਆ ਜਿਹੜਾ ਲੀਡ ਕਰਦਾ, ਚਾਹੇ ਉਹ ਕੋਈ ਵੀ ਹੋਵੇ। ਜਦੋਂ ਅਸੀਂ ਯੰਗਸਟਰ ਦੀ ਗੱਲ ਕਰਦੇ ਹਾਂ ਕਿ ਉਹ ਅਮਰਤਪਾਲ ਦੇ ਪਿੱਛੇ ਲੱਗਿਆ, ਤਾਂ ਦੇਖੋ ਉਹ ਜਿਹੜੀ ਇਹ ਸਾਰਾ ਕੱਲ ਦਾ ਐਪੀਸੋਡ ਹੈ ਜੋ ਵੀ ਹੋਇਆ ਹੈ, ਉਹਦੇ ਵਿੱਚ ਇੱਕ ਗੱਲ ਇਹ ਵੀ ਆ ਰਹੀ ਹੈ। ਜੇ ਤੁਸੀਂ ਪੋਲੀਟੀਕਲ ਸਟੇਟਮੈਂਟਸ ਦੇਖੋ ਡਿਫਰੈਂਟ ਜਿਹੜੇ ਲੀਡਰਸ ਹੈਗੇ ਆ ਉਹਨਾਂ ਦੀ, ਉਹ ਇਹ ਐਸਟੈਬਲਿਸ਼ ਕਰਨ ਤੇ ਲੱਗੇ ਹੋਇਆ ਕਿ ਉਹ ਭੱਜ ਗਿਆ, ਉਹ ਖੜਿਆ ਨਹੀਂ। ਉਹਨੂੰ ਖੜਨਾ ਚਾਹੀਦਾ ਸੀ, ਉਹਨੂੰ ਅਰੈਸਟ ਹੋ ਜਾਂਦਾ ਤਾਂ ਵੀ ਕਿਹੜੀ ਵੱਡੀ ਗੱਲ ਸੀਗੀ, ਉਹ ਭੱਜ ਗਿਆ। ਇਹ ਵੀ ਇੱਕ ਜਿਹੜਾ ਓਪੋਜ਼ਿਟ ਪਾਰਟੀਆਂ ਹੈਗੀਆਂ ਨੇ, ਜਿਨ੍ਹਾਂ ਦੀ ਮਤ ਉਹਨਾਂ ਨਾਲ ਨਹੀਂ ਮਿਲਦੀ, ਉਹ ਇਹ ਵੀ ਨੈਰੇਟਿਵ ਸੈੱਟ ਕਰਨ ਤੇ ਲੱਗੀਆਂ ਹੋਈਆਂ ਨੇ ਕਿ ਉਹਨੂੰ ਇੱਕ ਭਗੌੜਾ ਨੇਤਾ ਸਾਬਿਤ ਕੀਤਾ ਜਾਏ, ਤੇ ਉਹ ਕਰਨ 'ਚ ਕਾਮਯਾਬ ਹੋ ਰਹੀਆਂ ਨੇ। ਇੱਕ ਧਿਰ ਬਹੁਤ ਜ਼ੋਰ ਨਾਲ ਇਹਨੂੰ ਸਟੈਬਲਿਸ਼ ਕਰਨ ਦੇ ਉੱਤੇ ਲੱਗੀ ਵੀ ਹੋਈ ਹੈ। ਪਰ ਨਾਲ ਦੀ ਨਾਲ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਠੀਕ ਹੈ। ਕੱਲ ਤੱਕ ਤੁਸੀਂ ਦੇਖੋ ਇੰਨੀ ਵੱਡਾ ਆਪਰੇਸ਼ਨ ਚੱਲ ਰਿਹਾ ਹੋਵੇ ਔਰ ਕੋਈ ਵੀ ਬੰਦਾ, ਈਵਨ ਨਾ ਪੋਲੀਟੀਕਲ ਸਰਕਾਰ ਦੀ ਤਰਫ ਤੋਂ ਕਹਿ ਰਿਹਾ ਮੈਂ, ਨਾ ਪੋਲੀਟੀਕਲ ਬੰਦਾ ਕੋਈ ਤੇ ਨਾ ਹੀ ਪੁਲਿਸ ਦੀ ਤਰਫ ਤੋਂ ਕੋਈ, ਕਿਸੇ ਵੀ ਬੰਦੇ ਨੇ ਸਾਹਮਣੇ ਆ ਕੇ ਇਹ ਨਹੀਂ ਕਿਹਾ ਵੀ ਹੁਣ ਤੱਕ ਦੀ ਕਾਰਵਾਈ ਕੀ ਹੈ। ਸੋ ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਠੀਕ ਹੈ ਕਿ ਸਟੇਟ ਦਾ ਜਿਹੜਾ ਮੁੱਖ ਮੰਤਰੀ ਹੈ, ਉਹ ਸਟੇਟ ਦਾ ਗ੍ਰਹਿ ਮੰਤਰੀ ਵੀ ਹੈ, ਉਹਨੂੰ ਘੱਟੋ ਘੱਟ ਇਹ ਲੀਡ ਜ਼ਰੂਰ ਕਰਨਾ ਚਾਹੀਦਾ ਸੀ। ਚਾਹੇ ਜਿੰਨਾ ਵੀ ਆਪਰੇਸ਼ਨ ਹੋਇਆ ਸੀ, ਐਟਲੀਸਟ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਆ ਕੇ ਦੱਸਣਾ ਚਾਹੀਦਾ ਸੀ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਸਿਕਿਉਰਿਟੀ ਨਾਲ ਜੁੜੀਆਂ ਹੋ ਸਕਦੀਆਂ ਨੇ, ਉਹ ਨਹੀਂ ਦੱਸ ਸਕਦੇ, ਲੇਕਿਨ ਲੋਕਾਂ ਦੇ ਮਨਾਂ 'ਚ ਜਿਹੜੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ, ਅੱਜ ਬਹੁਤ ਸਾਰੇ ਲੋਕ ਡਰੇ ਹੋਏ ਨੇ। ਕੱਲ ਦੇ ਕਈ ਫੋਨ ਇਸ ਤਰ੍ਹਾਂ ਦੇ ਆਏ ਵੀ ਅਸੀਂ ਪੰਜਾਬ ਤੋਂ ਬਾਹਰ ਜਾ ਰਹੇ ਹਾਂ, ਜਾ ਸਕਦੇ ਹਾਂ ਕਿ ਨਹੀਂ। ਕੁਝ ਲੋਕ ਦੂਸਰੇ ਸਟੇਸ਼ਨਾਂ ਤੋਂ ਇੱਧਰ ਚੰਡੀਗੜ੍ਹ ਆਏ ਹੋਏ ਨੇ, ਉਹ ਪੁੱਛ ਰਹੇ ਆ ਕਿ ਅਸੀਂ ਯਾਰ ਵਾਪਸ ਚਲੇ ਜਾਈਏ
ਕੀ ਹਾਲਾਤ ਠੀਕ ਨੇ, ਮਤਲਬ ਇੰਨਾ ਡਰ ਦਾ ਮਾਹੌਲ ਆਮ ਲੋਕਾਂ 'ਚ ਬਣਿਆ ਹੋਇਆ ਸੀ। ਲੋਕ ਨਹੀਂ ਜਾ ਪਾ ਰਹੇ, ਲੋਕ ਵੇਟ ਕਰ ਰਹੇ ਆ ਕਿ ਚਲੋ ਇੱਕ ਦਿਨ ਹੋਰ ਵੇਟ ਕਰ ਲੈਂਦੇ ਆ, ਦੇਖਦੇ ਆ ਕਿ ਮਾਹੌਲ ਜਿਹੜਾ ਉਹ ਸ਼ਾਂਤ ਹੋ ਜੇ। ਮੈਂ ਜਦੋਂ ਤੁਹਾਨੂੰ ਪਹਿਲਾਂ ਵੀ ਪੁੱਛ ਰਿਹਾ ਸੀ ਤੁਹਾਨੂੰ ਦੋਨਾਂ ਤੋਂ ਕਿ ਅੰਮ੍ਰਿਤਸਰ ਜਲੰਧਰ ਦੇ ਵਿੱਚ ਸਭ ਕੁਝ ਠੀਕ ਹੈ, ਕਿਉਂਕਿ ਇੱਥੇ ਬੈਠਾ ਕਈ ਵਾਰ ਨਹੀਂ ਪਤਾ ਚੱਲਦਾ, ਇੰਟਰਨੈਟ ਮੀਡੀਆ ਬੰਦ ਹੈ, ਨਹੀਂ ਪਤਾ ਚੱਲ ਰਿਹਾ ਕਿ ਕਿਸੇ ਤੋਂ ਕੋਈ ਖਬਰ ਨਹੀਂ ਆ ਰਹੀ ਪ੍ਰੋਪਰ, ਤਾਂ ਇਹ ਲੋਕਾਂ ਦੇ ਕੰਸਰਨ ਵੀ ਹੈਗੇ ਨੇ। ਸੋ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸੀਐਮ ਸਾਹਿਬ ਨੂੰ ਇੱਕ ਬਹੁਤ ਅੱਗੇ ਆ ਕੇ ਇੱਕ ਲੀਡ ਲੈਣੀ ਚਾਹੀਦੀ ਹੈ, ਆ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਵੀ ਕੀ ਹੋ ਰਿਹਾ ਹੈ। ਹਜੇ ਜਦੋਂ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਹੋ ਕਿ ਉਹ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ, ਤਾਂ ਘੱਟੋ ਘੱਟ ਫਿਰ ਤੁਸੀਂ ਕਲੀਅਰ ਤਾਂ ਕਰੋ ਨਾ ਵੀ ਹੋ ਕੀ ਰਿਹਾ ਹੈ। ਜੇ ਤੁਸੀਂ ਨਹੀਂ ਦੱਸੋਗੇ ਤਾਂ ਮੈਨੂੰ ਦੱਸੋ, ਜਿੱਥੋਂ ਮੈਨੂੰ ਕੋਈ ਸੂਚਨਾ ਮਿਲ ਰਹੀ ਹੈ ਮੈਨੂੰ ਉਸ ਤੇ ਵਿਸ਼ਵਾਸ ਕਰਨ ਤੋਂ ਇਲਾਵਾ ਮੇਰੇ ਕੋਲ ਚਾਰਾ ਕੀ ਹੈ? ਹੋਰ ਕੀ ਮੈਂ ਕੁਝ ਇਹ ਕਹਿ ਸਕਦਾ ਕਿ ਮੈਂ ਵੀ ਇਹ ਨਹੀਂ ਹੋ ਰਿਹਾ? ਅੱਜ ਇੱਕ ਸਵੇਰੇ ਸਟੇਟਮੈਂਟ ਆਈ ਹੈ ਇਹਨਾਂ ਅੰਮ੍ਰਿਤਪਾਲ ਹੋਰਾਂ ਦੇ ਬੰਦੇ ਦੀ ਜੀ ਕਿ ਉਹ ਕੱਲ 3 ਵਜੇ ਹੀ ਗ੍ਰਿਫਤਾਰ ਹੋ ਗਏ ਸੀਗੇ। ਇਹ ਝੂਠ ਬੋਲ ਰਹੇ ਨੇ ਮੀਡੀਆ ਵਾਲੇ ਜਿੰਨੇ ਹੈਗੇ ਨੇ, ਤੁਸੀਂ ਇਹਨਾਂ ਤੇ ਵਿਸ਼ਵਾਸ ਨਾ ਕਰੋ। ਉਹ 3 ਵਜੇ ਹੀ ਗ੍ਰਿਫਤਾਰ ਹੋ ਗਏ ਸੀ, ਉਹਨਾਂ ਨੂੰ ਜਲੰਧਰ ਲੈ ਜਾਇਆ ਗਿਆ, ਫਿਰ ਕਿਤੇ ਅਣਦੱਸੀ ਥਾਂ ਤੇ ਲੈ ਕੇ ਗਏ। ਅਸੀਂ ਸ਼ਾਹਕੋਟ ਗਏ ਸੀ ਜੀ, ਸਾਨੂੰ ਥਾਣੇ ਚੋਂ ਪਤਾ ਲੱਗਿਆ। ਮਤਲਬ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਦੇਖੋ। ਇਹ ਮੈਂ ਦੇਖ ਰਿਹਾ ਜਿਹੜੇ ਬੱਚੇ ਹੈਗੇ ਆ ਉਹ ਵੀਡੀਓਜ਼ ਦੇਖ ਰਹੇ ਨੇ, ਉਹਨਾਂ ਦੇ ਹੱਥ 'ਚ ਉਹ ਵੀਡੀਓਜ਼ ਹੈਗੇ ਨੇ, ਉਹ ਵਿਸ਼ਵਾਸ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਜਦੋਂ ਤੁਸੀਂ ਕੁਝ ਨਹੀਂ ਦੱਸ ਰਹੇ। ਮੈਨੂੰ ਲੱਗਦਾ ਕਿ ਇੱਥੇ ਕਲੈਰਿਟੀ ਸਟੇਟ ਨੂੰ ਕਰਨੀ ਚਾਹੀਦੀ ਹੈ, ਚਾਹੇ ਡੀਜੀਪੀ ਸਾਹਿਬ ਖੁਦ ਆ ਕੇ ਕਰਨ, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਆ ਕੇ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ, ਪਰ ਇਸ ਵੇਲੇ ਜੋ ਹਾਲਾਤ ਬਣੇ ਹੋਏ ਆ, ਅੰਮ੍ਰਿਤਪਾਲ ਸਿੰਘ ਦੇ ਨਜ਼ਰੀਏ ਤੋਂ ਜਿਹੜੀ ਕਾਰਵਾਈ ਸਿਰਫ 5 ਤੋਂ 7 ਮਿੰਟ ਜਾਂ 15 ਮਿੰਟ ਦੀ ਸੀ, ਉਹਨੂੰ ਇੰਨਾ ਵੱਡਾ ਕਰਤਾ ਗਿਆ, ਇੰਨਾ ਫੈਲਾਤਾ ਗਿਆ ਕਿ ਹੁਣ ਤੁਸੀਂ ਕੱਲੇ ਨੂੰ ਇਹ ਯਕੀਨ ਕਿਵੇਂ ਦਿਵਾਓਗੇ ਕਿ ਸਟੇਟ ਠੀਕ ਹੈ, ਤੁਸੀਂ ਜ਼ਿਆਦਤੀ ਨਹੀਂ ਕਰ ਰਹੇ। ਨੋ ਡਾਊਟ ਤੁਹਾਨੂੰ ਸਭ ਤੋਂ ਪਹਿਲਾਂ ਉਹਦੇ ਖਿਲਾਫ ਜਿੰਨੇ ਚਾਰਜਸ ਸੀਗੇ, ਤੁਸੀਂ ਸਵੇਰੇ ਉਹਨੂੰ 4 ਵਜੇ 3 ਵਜੇ ਜਿੱਦਾਂ ਤੁਸੀਂ ਵਿਜੀਲੈਂਸ ਦੀ ਕਾਰਵਾਈ 'ਚ ਜਾਂਦੇ ਹੋ, ਧਰਮਸੋਤ 3 ਵਜੇ ਫੜਿਆ ਜਾ ਸਕਦਾ ਹੈ, ਅੰਮ੍ਰਿਤਪਾਲ ਨੂੰ 3 ਵਜੇ ਕਿਉਂ ਨਹੀਂ ਫੜਿਆ ਜਾ ਸਕਦਾ? ਉਹਨੂੰ ਫੜਨ ਤੋਂ ਬਾਅਦ ਜਿੰਨੀਆਂ ਅੱਜ ਜਿਹੜੀਆਂ ਨੈਸ਼ਨਲ ਨਿਊਜ਼ ਏਜੰਸੀਜ਼ ਵੱਲੋਂ ਖਬਰਾਂ ਆ ਰਹੀਆਂ ਨੇ ਕਿ ਅੱਤਵਾਦ ਨਾਲ ਸੰਬੰਧ ਸੀਗੇ, ISI ਨਾਲ ਸੰਬੰਧ ਸੀ, ਫਲਾ ਬੰਦੇ ਨਾਲ ਸੰਬੰਧ ਸੀ, ਤੁਸੀਂ ਇਹ ਸਾਰਿਆਂ ਦਾ ਕੱਚਾ ਚਿੱਠਾ ਰੱਖ ਦਿੰਦੇ ਨਾ, ਤੁਸੀਂ ਲੋਕਾਂ ਨੂੰ ਦੱਸ ਦਿੰਦੇ। ਤੁਸੀਂ ਲੋਕਾਂ ਨੂੰ ਇੱਕ ਲੀਡਰ ਵਾਂਗ ਦਿਖਾਇਆ ਅੰਮ੍ਰਿਤਪਾਲ ਸਿੰਘ। ਉਹਦੇ ਪਿੱਛੇ ਜਿਵੇਂ ਕੱਲ ਨੂੰ ਤੁਸੀਂ ਉਹਨੂੰ ਕ੍ਰਿਮੀਨਲ ਵਾਂਗ ਦਿਖਾਉਂਦੇ ਹੋ ਕਿ ਉਹ ਤੇ ਮਿਲੀਟੈਂਟ ਸੀ। ਤੁਸੀਂ ਦੇਖੋ ਨਾ ਕਿ ਤੁਸੀਂ ਇੰਨੀ ਦੇਰ ਤੱਕ ਇੰਨੀ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਕਿਉਂ ਇੰਨਾ ਡਿਲੇ ਕਰ ਰਹੇ, ਕਿਉਂ ਉਹਨੂੰ ਵੱਡਾ ਕਰ ਰਹੇ? ਫਿਰ ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਧਰੁਵੀਕਰਨ ਹੈ ਉਹਨੂੰ ਤੁਸੀਂ ਕਿਵੇਂ ਮੋੜ ਕੇ ਲਿਆਓਗੇ? ਲੋਕ ਤਾਂ ਕਹਿਣਗੇ ਨਾ ਕਿ ਸਟੇਟ ਦਾ ਇਹ ਸਾਰਾ ਏਜੰਡਾ ਹੈ, ਇਹ ਸਪਾਂਸਰਡ ਹੈ, ਇਹ ਬਣਾਇਆ ਗਿਆ, ਇਹ ਮਿੱਥਿਆ ਗਿਆ, ਇਹ ਘੜਿਆ ਗਿਆ, ਤੇ ਫਿਰ ਮਾਹੌਲ ਕਿੱਥੇ ਖਰਾਬ ਹੁੰਦਾ? ਮਾਹੌਲ ਸਾਡਾ ਖਰਾਬ ਹੋ ਰਿਹਾ। ਅਸੀਂ ਆ ਪੰਜਾਬ ਸਾਰੇ, ਔਰ ਤੁਸੀਂ ਜੇ ਪੰਜਾਬ ਹੈਗੇ ਹੋ ਤੇ ਤੁਹਾਨੂੰ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ। ਜੇ ਤੁਸੀਂ ਜ਼ਿੰਮੇਵਾਰੀ ਨਾਲ ਨਹੀਂ ਕਰ ਸਕਦੇ ਤਾਂ ਤੁਹਾਨੂੰ ਕੁਰਸੀਆਂ ਛੱਡ ਕੇ ਲਾਂਬੇ ਹੋਣਾ ਚਾਹੀਦਾ। ਇਹ ਸਖਤ ਟਿੱਪਣੀਆਂ ਕਰਨੀਆਂ ਪੈਣਗੀਆਂ, ਇਸ ਤੋਂ ਬਿਨਾਂ ਕੋਈ ਚਾਰਾ ਨਹੀਂ। ਭਾਸਕਰ ਸਾਹਿਬ, ਸੁਖਬੀਰ ਸਿੰਘ ਬਾਦਲ ਹਾਈ ਕੋਰਟ 'ਚ ਪਹੁੰਚ ਗਏ ਨੇ, ਉਹਦੇ ਉੱਤੇ ਇੱਕ ਟਿੱਪਣੀ ਦਿਓ। ਫਰੀਦਕੋਟ ਕੋਰਟ ਦੇ ਵਿੱਚ ਬੇਲ ਰਿਜੈਕਟ ਹੋਣ ਤੋਂ ਬਾਅਦ, ਯਾਨੀ ਇੰਟਰਿਮ ਬੇਲ, ਐਂਟੀਸਿਪੇਟਰੀ ਬੇਲ ਉਹ ਲੈਣਾ ਚਾਹੁੰਦੇ ਸੀਗੇ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਰਾਜੀਵ ਕਾਲਰਾ ਸੀਗੇ, ਉਹਨਾਂ ਨੇ ਉਹ ਬੇਲ ਰਿਜੈਕਟ ਕਰਤੀ ਸੀ। ਹੁਣ ਹਾਈ ਕੋਰਟ ਦਾ ਉਹਨਾਂ ਨੇ ਦਰਵਾਜ਼ਾ ਖਟਖਟਾਇਆ। 1-2 ਦਿਨਾਂ ਦੇ ਵਿੱਚ ਇਹਦੇ ਉੱਤੇ ਸੁਣਵਾਈ ਹੋ ਸਕਦੀ ਹੈ। 23 ਮਾਰਚ ਉਹ ਡੇਟ ਹੈ ਜਿਸ ਡੇਟ ਤੋਂ ਪਹਿਲੇ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਸ ਤਰੀਕੇ ਦੀ ਐਂਟੀਸਿਪੇਟਰੀ ਬੇਲ ਮਿਲ ਰਹੀ ਹੈ ਤੇ ਫਿਰ ਉਹਨਾਂ ਨੂੰ ਕੁਝ ਰਾਹਤ ਮਿਲੇਗੀ, ਵਰਨਾ 23 ਤਰੀਕ ਨੂੰ ਉਹਨਾਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਰਹੇਗੀ। ਇਸ ਕਰਕੇ ਇਸ ਸੁਣਵਾਈ ਦਾ ਹੋਣਾ ਸੁਖਬੀਰ ਸਿੰਘ ਬਾਦਲ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਸੋਮ ਮੰਗਲਵਾਰ ਨੂੰ ਅਗਰ ਇਸ ਮੁੱਦੇ ਦੇ ਉੱਤੇ ਸੁਣਵਾਈ ਹੁੰਦੀ ਹੈ ਔਰ ਕੋਈ ਰਾਹਤ ਮਿਲਦੀ ਹੈ ਤੇ ਫਿਰ ਉਹ ਫਰੀਦਕੋਟ ਕੋਰਟ ਦੇ ਵਿੱਚ ਵੀ ਜਾ ਸਕਣਗੇ, ਵਰਨਾ ਉਹ ਫਰੀਦਕੋਟ ਕੋਰਟ ਦੇ ਵਿੱਚ ਅਪੀਅਰ ਹੋਣਗੇ ਜਾਂ ਨਹੀਂ ਹੋਣਗੇ, ਇਹਦੇ ਉੱਤੇ ਵੀ ਕੁਐਸਚਨ ਮਾਰਕ ਲੱਗਿਆ ਰਹੇਗਾ। ਨਹੀਂ, ਫਰੀਦਕੋਟ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਹੋਣਾ ਹੀ ਪਏਗਾ। ਇੱਕ ਪੋਲੀਟੀਕਲ ਬੰਦਾ ਇਹ ਗਲਤੀ ਨਹੀਂ ਭਾਸਕਰ ਸਾਹਿਬ ਕਰ ਸਕਦਾ, ਇਹਨਾਂ ਰਿਸਕ ਨਹੀਂ ਲੈ ਸਕਦਾ। ਸੁਖਬੀਰ ਸਿੰਘ ਬਾਦਲ 23 ਨੂੰ ਪੇਸ਼ ਹੋਣਗੇ, ਪਰ ਜਿੱਥੋਂ ਤੱਕ ਮੇਰੇ ਕੋਲ ਖਬਰ ਹੈ, ਜਾਂ ਮੈਂ ਇਹਦੀ ਪੁਸ਼ਟੀ ਨਹੀਂ ਕਰ ਰਿਹਾ, ਸਾਡੇ ਸੋਰਸ ਜਿਹੜੇ ਨੇ 21 ਤਰੀਕ ਨੂੰ ਸ਼ਾਇਦ ਇਹਦੇ ਉੱਤੇ ਸੁਣਵਾਈ ਹੋ ਸਕਦੀ ਹੈ ਮਾਣਯੋਗ ਹਾਈ ਕੋਰਟ ਦੇ ਵਿੱਚ। 21 ਤਰੀਕ ਨੂੰ ਇਹਦੇ ਉੱਤੇ ਸੁਣਵਾਈ ਸੰਭਵ ਹੈ। ਔਰ ਮੈਂ ਸਰਵੇਸ਼ ਕੌਸ਼ਲ ਜਿਹੜੇ ਕਿ ਸਾਬਕਾ ਚੀਫ ਸੈਕਟਰੀ ਆ ਪੰਜਾਬ ਦੇ, ਉਹਨਾਂ ਸੰਬੰਧੀ ਇੰਦਰਪ੍ਰੀਤ ਜੀ ਦੀ ਇੱਕ ਖਬਰ ਜਿਹੜੀ ਇਹਨਾਂ ਦੀ ਅਖਬਾਰ 'ਚ ਪ੍ਰਕਾਸ਼ਿਤ ਵੀ ਹੋਈ ਹੈ, ਉਹਦੇ ਤੇ ਜਾਣਾ ਚਾਹੂੰਗਾ ਕਿ 1000 ਕਰੋੜੀ
ਇਰੀਗੇਸ਼ਨ ਸਕੈਮ ਦੇ ਵਿੱਚ ਪੁੱਛਗਿੱਛ ਲਈ, ਉਹਨਾਂ ਨੂੰ ਪੁੱਛਗਿੱਛ ਲਈ ਸੱਦਿਆ ਜਾਣ ਸੰਬੰਧੀ ਸਰਵੇਸ਼ ਕੌਸ਼ਲ ਕੀ ਕੋਆਪਰੇਟ ਨਹੀਂ ਕਰ ਰਹੇ, ਸਹਿਯੋਗ ਨਹੀਂ ਕਰ ਰਹੇ? ਕਿਉਂਕਿ ਇਹ ਮਾਮਲਾ ਬੜਾ ਪੰਗੇ 'ਚ ਪਿਆ ਸੀ ਹਾਈ ਕੋਰਟ ਦੇ ਵਿੱਚ ਕਿ ਇਨਵੈਸਟੀਗੇਸ਼ਨ ਕਿ ਉਹ ਦੂਜਾ ਈ ਵਾਲਾ ਕਿ ਆਈ ਵਾਲਾ, ਗੱਲ ਤੋਰੋ। ਰੰਧਾਵਾ ਸਾਹਿਬ ਬਿਲਕੁਲ ਠੀਕ ਹੈ। ਕੱਲ ਸਾਡੇ ਰਿਪੋਰਟਰਸ ਨੂੰ ਇਹ ਸੋਰਸਿਸ ਤੋਂ ਮਿਲੀ ਸੀ ਜਾਣਕਾਰੀ ਕਿ ਜਿਹੜੇ ਵਿਜੀਲੈਂਸ ਵਾਲੇ ਹੈਗੇ ਆ ਉਹਨਾਂ ਨੇ ਕਿਹਾ ਕਿ ਸਰਵੇਸ਼ ਕੌਸ਼ਲ ਹੋਣੀ ਸਾਨੂੰ ਸਹਿਯੋਗ ਨਹੀਂ ਕਰ ਰਹੇ ਜਾਂਚ ਦੇ ਵਿੱਚ, KBS ਸਿੱਧੂ ਕਰ ਰਹੇ ਆ, ਇਹ ਨਹੀਂ ਕਰ ਰਹੇ। ਉਹਨਾਂ ਨੇ ਇੱਕ ਲੈਟਰ ਵੀ ਉਹਨਾਂ ਨੂੰ ਕੱਢਿਆ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਪਹਿਲਾਂ ਤਾਂ 9 ਤਰੀਕ ਨੂੰ ਬੁਲਾਇਆ ਸੀ, ਫਿਰ ਉਹਨਾਂ ਨੂੰ ਕੁਝ ਪਰਫਾਰਮੇ ਦਿੱਤੇ ਸੀਗੇ ਕਿ ਇਹ ਸਾਰੇ ਪਰਫਾਰਮੇ ਜਿਹੜੇ ਹੈਗੇ ਆ ਉਹਨਾਂ ਦੇ ਆਪਣੇ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨਾਲ ਸੰਬੰਧਿਤ ਜੋ ਵੀ ਹੈ ਬੈਂਕ ਅਕਾਊਂਟਸ, ਖਾਤੇ ਜਿੰਨਾ ਵੀ ਹੈ, ਚਾਹੇ ਲੋਨ ਅਕਾਊਂਟ ਹੋਵੇ ਚਾਹੇ ਕਰੰਟ ਅਕਾਊਂਟ ਹੋਵੇ, ਸਾਰੇ ਉਹਨਾਂ ਦੀ ਜਾਣਕਾਰੀ ਉਹਨਾਂ ਨੇ ਮੰਗੀ ਸੀ ਤੇ ਉਹ ਭਰ ਕੇ ਲੈ ਕੇ ਆਉਣ ਵਾਸਤੇ ਕਿਹਾ ਸੀ। ਉਹਨਾਂ ਨੂੰ ਕਿਹਾ ਕਿ 17 ਤਰੀਕ ਨੂੰ 2 ਵਜੇ ਆਓ, ਤੇ ਉਹ 2 ਵਜੇ ਦੀ ਬਜਾਏ 4:30 ਵਜੇ ਦੱਸੇ ਜਾਂਦੇ ਕੀ ਗਏ ਸੀਗੇ। ਤੇ ਇਸ ਗੱਲ ਤੋਂ ਵੀ ਜਿਹੜੇ ਵਿਜੀਲੈਂਸ ਵਾਲੇ ਆ ਉਹ ਨਾਰਾਜ਼ ਸੀ ਕਿ ਅਸੀਂ 2 ਵਜੇ ਬੁਲਾਇਆ ਤੇ 4:30 ਵਜੇ ਕਿਉਂ ਆਏ ਆ। ਸੋ ਬਾਅਦ ਚ ਮੇਰੇ ਰਿਪੋਰਟਰ ਨੇ ਉਹਨਾਂ ਨਾਲ ਗੱਲ ਵੀ ਕੀਤੀ ਸਰਵੇਸ਼ ਕੌਸ਼ਲ ਹੋਰਾਂ ਨਾਲ, ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਮੈਂ ਪੂਰਾ ਸਹਿਯੋਗ ਕਰ ਰਿਹਾ, ਜੋ ਉਹਨਾਂ ਨੇ ਕਿਹਾ ਅਸੀਂ ਉਹਨਾਂ ਨੂੰ ਭਰ ਕੇ ਵੀ ਦੇ ਰਹੇ ਹਾਂ। ਹਜੇ ਤੱਕ ਤਾਂ ਇਹ ਬਿਲਕੁਲ ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਹੈ ਕਿ ਉਹ ਨਾਮਜ਼ਦ ਤਾਂ ਹੈ ਹੀ ਨਹੀਂ, ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਕਿਉਂ ਬੁਲਾਇਆ ਜਾ ਰਿਹਾ ਉਹਨਾਂ ਨੂੰ। ਦੇਖੋ ਜਾਂ ਤਾਂ ਇਸ 2 ਤਰੀਕੇ ਹੁੰਦੇ ਨਾ ਤੁਸੀਂ ਬੁਲਾਉਣ ਦੇ, ਵੀ ਤੁਸੀਂ ਪਹਿਲਾਂ FIR ਕਰੋ ਤੇ ਫਿਰ ਬੰਦੇ ਨੂੰ ਕਹੋ ਵੀ ਅਸੀਂ ਬੁਲਾਣਾ। ਇਹਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੁਝ ਹੈ ਨਹੀਂ, ਇਸ 'ਚ ਤਾਂ ਸਿਰਫ ਅਜੇ ਪੁੱਛ ਗਿੱਛ ਕਰ ਰਹੇ ਆ। ਮੈਨੂੰ ਇਹ ਲੱਗਦਾ ਕਿ ਇਹ ਉਹੀ ਗਲਤੀ ਨਹੀਂ ਕਰਨਗੇ ਜਿਹੜੀ ਪਿਛਲੀ ਵਾਰ ਕੀਤੀ ਸੀਗੀ। ਤਾਂ ਇਹ ਪੁੱਛ ਗਿੱਛ ਕਰਕੇ ਪ੍ਰੋਪਰ ਇਹ ਚੀਫ ਮਿਨਿਸਟਰ ਨੂੰ ਦੱਸਿਆ ਜਾਏਗਾ ਜੀ ਅਸੀਂ ਪੁੱਛ ਗਿੱਛ ਕੀਤੀ ਹੈ ਤੇ ਇਸ ਨਾਲ ਤੇ ਕੇਸ ਬਣਦਾ ਹੈ, ਫਿਰ ਤਾਂ ਕਿ ਉਹ ਉਹਦੀ ਇਜਾਜ਼ਤ ਦੇਣ CM ਸਾਹਿਬ, ਫਿਰ ਨਵੇਂ ਸਿਰੇ ਤੋਂ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਏ ਤੇ ਉਹਨਾਂ ਨੂੰ ਬੁਲਾਇਆ ਜਾਏ। ਇਹ ਸਾਰਾ ਇੱਕ ਪ੍ਰੋਸੈਸ ਹੈ ਜਿਹੜਾ ਉਹਨਾਂ ਨੂੰ ਕਰਨਾ। ਪਿਛਲੀ ਵਾਲੀ ਗਲਤੀ ਜਿਹੜੀ ਹੈ ਵਿਜੀਲੈਂਸ ਉਹ ਦੁਹਰਾਏਗੀ ਨਹੀਂ। ਆਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਹਿ ਰਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਟਾਈਮ ਸਿਰ ਆਓ, ਇਹ ਨਹੀਂ ਸਾਨੂੰ ਸਹਿਯੋਗ ਕਰਕੇ, ਇਹ ਉਹਨਾਂ ਨੂੰ ਕੇਸ ਬਿਲਡ ਕਰਨ 'ਚ ਵੀ ਇੱਕ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਸਹਿਯੋਗ ਕਰੇਗੀ ਇਹ ਚੀਜ਼। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ ਜੀ।